जो मैं तुहानूं दस्सिया साडे पिता जी ना 58 ਵਿੱਚ ਉਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਅੱਛਾ 58 ਵਿੱਚ ਡੋਂਕੀ ਜਿਹਨੂੰ ਹੁਣ ਤੁਸੀਂ ਕਹਿੰਦੇ ਡੋਂਕੀ ਲਾਉਂਦੇ ਹੈਗੇ, ਸਾਡੀ ਹੁਣ ਕਹਿੰਦੇ ਫੌਜੀ ਹੈ, ਜਿਹੜੇ ਗੈਰ ਕਾਨੂੰਨੀ ਤੌਰ 'ਤੇ ਗਏ ਨਾ ਉਹਨਾਂ ਨੂੰ ਫੌਜੀ ਕਹਿੰਦੇ ਹੈਗੇ। ਹਾਲਾਂਕਿ ਨਹੀਂ ਚਾਹੀਦਾ, ਕਿਉਂਕਿ ਬਹੁਤ ਲੋਕ ਪਹਿਲੇ ਸਮਿਆਂ ਵਿੱਚ ਵੀ ਇੱਦਾਂ ਗਏ ਹੈ। ਉਹ ਜਾ ਕੇ ਉੱਥੇ ਨੇ ਜਿਹੜਾ ਉਹਨਾਂ ਨੇ ਕੰਮ ਕੀਤੇ, ਇੰਨੇ ਗੰਦੇ ਕੰਮ ਕੀਤੇ ਨਾ, ਫੌਂਡੀਆਂ ਦੇ ਖਾਸ ਕਰ ਜਿਹੜੀਆਂ ਮਿਡਲੈਂਡ ਦੀਆਂ ਬਾਹਰਵੀਂ ਕੰਮ ਦੀਆਂ ਫੌਂਡੀਆਂ ਸੀ ਨਾ, ਉਹਨਾਂ ਵਿੱਚ ਬਹੁਤ ਗੰਦੇ ਕੰਮ ਸੀ ਉਹ ਸਾਡੇ ਲੋਕਾਂ ਨੇ ਕੀਤੇ ਹੈਗੇ। ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਿਹੜੇ ਹਾਲਾਤਾਂ 'ਚ ਹੁੰਦੇ ਉਸ ਟਾਈਮ 'ਤੇ। ਪੰਜਾਬ ਸਰਕਾਰ ਕਿਸੇ ਦੀ ਵੀ ਆ ਜਾਵੇ, ਚਾਹੇ ਬਾਦਲ ਦੀ ਆ ਜਾਵੇ, ਚਾਹੇ ਕੈਪਟਨ ਦੀ ਆ ਜਾਵੇ, ਚਾਹੇ ਕੇਜਰੀਵਾਲ ਦੀ, ਭਗਵੰਤ ਮਾਨ ਦੀ ਆ ਜਾਵੇ, ਪੰਜਾਬ ਦੇ ਹਾਲਤ ਕਦੇ ਵੀ ਨਹੀਂ ਸੁਧਰਨਗੇ, ਵਿਗੜਨਗੇ ਹੀ ਜ਼ਿਆਦਾ। ਠੀਕ ਹੈ ਨਾ, ਕਿਉਂਕਿ ਪੰਜਾਬ ਦੇ ਨਾਲ ਜੋ ਸਾਜ਼ਿਸ਼ ਖੇਡੀ ਜਾ ਰਹੀ ਹੈ ਉਹ ਪੰਜਾਬੀਆਂ ਦੇ ਸਿਰਾਂ ਤੋਂ ਲੰਘਦੀ ਹੈ। ਪਰਤ ਜਾਵਾਂਗਾ ਨਾ, ਮੈਂ ਪਰਤ ਜਾਵਾਂਗਾ ਆਪਣੇ ਮੁਲਕ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਮੈਂ ਪਰਤ ਜਾਵਾਂਗਾ। ਪਿੰਡ ਜਾ ਘਰ ਦਾ ਬੂਹਾ ਠੋਰਾਂਗਾ, ਵੇ ਕੌਣ ਹੈ ਜਿਹਦਾ ਆਪਣੇ ਨਾ ਤੁਸੀਂ ਬੂਹਾ ਖੜਕਾਣੇ ਅੰਦਰ, ਵੇ ਕੌਣ ਹੈ ਮਾਵਾਂ ਜਾਂ ਅੰਦਰ ਇਹੀ ਆਵਾਜ਼ ਆਉਂਦੀ ਨਾ, ਉਡੀਕ ਕਰਦੀਆਂ ਹੈਗੀਆਂ, ਵੇ ਕੌਣ ਹੈ ਅੰਦਰੋਂ ਆਵਾਜ਼ ਆਵੇਗੀ। ਮੈਂ ਚੁੱਪਚਾਪ ਖੜਾ ਬੂਹਾ ਖੁੱਲ੍ਹਣ ਦੀ ਉਡੀਕ ਕਰਾਂਗਾ, ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਉਣੀ, ਕਿਸੇ ਅੰਦਰੋਂ ਕੁੰਡਾ ਨਹੀਂ ਖੋਲ੍ਹਣਾ। ਮੈਂ ਆਪ ਹੀ ਝੀਤ ਨਹੀਂ ਹੁੰਦੀਆਂ ਹੈਗੀਆਂ, ਹੁਣ ਤਾਂ ਗੜੀਆਂ ਹੁੰਦੀਆਂ ਬਿਰਲਾ ਜਿਹੜੀਆਂ ਹੈਗੀਆਂ ਚੀਤਾਂ, ਉਹਨਾਂ ਦਾ ਹੱਥ ਪਾ ਕੇ ਮੈਂ ਆਪ ਹੀ ਝੀਤ ਥਾਣੀ ਹੱਥ ਪਾ ਕੁੰਡਾ ਖੋਲ, ਆਪਣੇ ਘਰ ਦਾ ਬੂਹਾ, ਆਪਣੇ ਘਰ ਦਾ ਦਰ ਲੰਘ, ਢਹਿ ਚੁੱਕੀਆਂ ਕੰਧਾਂ ਦੇ ਕਿਸੇ ਥੜੇ ਉੱਤੇ ਬੈਠ ਚੁਫੇਰੇ ਨਜ਼ਰ ਮਾਰਾਂਗਾ, ਫਿਰ ਗੁਆਚ ਜਾਵਾਂਗਾ ਅਤੀਤ ਦੀਆਂ ਹਨੇਰ ਕੋਠੜੀਆਂ ਵਿੱਚ ਅਤੇ ਭਾਲਾਂਗਾ ਆਪਣੇ ਪੁਰਖਿਆਂ ਦੇ ਧੁੰਦਲੇ ਅਕਸ। ਮੰਨਿਆ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਹੈ, ਉਹ ਚਾਨਣ ਦੇ ਫੰਬਿਆਂ ਤਾਈਂ ਸੋਖ ਵੀ ਲੈਂਦੀ ਹੈ, ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। 1 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਵਰ੍ਹਿਆਂ ਪਹਿਲਾਂ ਦੋਸਤੋ ਇੱਕ ਨੌਜਵਾਨ 4 ਦਹਾਕਿਆਂ ਦਾ ਸਫ਼ਰ ਕਹਿ ਸਕਦੇ ਹਾਂ ਕਿ ਇੱਥੋਂ ਪੰਜਾਬ ਦੀ ਧਰਤੀ ਤੋਂ ਇੰਗਲੈਂਡ ਦੀ ਧਰਤੀ ਉੱਤੇ ਕਦਮ ਰੱਖਦਾ ਹੈ, ਬਹੁਤ ਸਾਰੇ ਸੁਪਨੇ ਲੈ ਕੇ ਉੱਥੇ ਜਾਂਦਾ ਹੈ, ਬਹੁਤ ਸਾਰੇ ਸੁਪਨੇ ਸਾਕਾਰ ਵੀ ਹੁੰਦੇ ਆ, ਬਹੁਤ ਸਾਰੇ ਸੁਪਨਿਆਂ ਦੇ ਨਾਲ ਉਹ ਮੀਡੀਆ ਦੇ ਇੱਕ ਪੱਖ ਨਾਲ ਵੀ ਜੁੜਦਾ। ਜੀ ਹਾਂ, ਮੇਰੀ ਗੱਲ ਰੇਡੀਓ ਦੇ ਨਾਲ, ਰੇਡੀਓ ਨਾਲ ਵੀ ਜੁੜਦੇ ਨੇ, ਅਤੇ ਫਿਰ ਉਹਨਾਂ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਬਹੁਤ ਸਾਰਾ ਪਿਆਰ ਹੈ, ਪੰਜਾਬ ਦੇ ਪ੍ਰਤੀ ਚਿੰਤਕ ਵੀ ਨੇ। 4 ਕਿਤਾਬਾਂ ਜਿਹੜੀਆਂ ਉਹਨਾਂ ਨੇ ਲਿਖ ਵੀ ਮਾਰੀਆਂ ਨੇ ਇਸ ਦੇ ਉੱਤੇ, ਉਹਨਾਂ ਦੇ ਅੰਦਰਲੇ ਵੇਰਵੇ ਕਿਹੜੇ ਨੇ, ਅਤੇ ਰੇਡੀਓ ਦੇ ਜ਼ਰੀਏ ਵੀ ਬਹੁਤ ਸਾਰੇ ਪੱਖ ਪੇਸ਼ ਕੀਤੇ ਨੇ। ਅਤੇ ਕਈ ਵਾਰੀ ਇੱਦਾਂ ਹੋਇਆ ਕਿ ਜਦੋਂ ਜੀ ਕੀਤਾ ਇੰਗਲੈਂਡ ਤੋਂ ਪੰਜਾਬ ਵਿੱਚ ਆ ਗਏ ਨੇ, ਕਿਉਂਕਿ ਕਹਿੰਦੇ ਆ ਮਿੱਟੀ ਦਾ ਮੋਹ ਖਿੱਚ ਲਿਆਉਂਦਾ ਹੁੰਦਾ ਆ। ਮੇਰੀ ਮੁਰਾਦ ਸਾਡੇ ਅੱਜ ਦੇ ਮਹਿਮਾਨ ਸਰਦਾਰ ਸ਼ਮਸ਼ੇਰ ਸਿੰਘ ਰਾਏ, ਜਿਹੜੇ ਇੰਗਲੈਂਡ ਤੋਂ ਇਸ ਵਾਰੀ ਪੰਜਾਬ ਫੇਰੀ 'ਤੇ ਆਏ ਸਨ, ਤਾਂ ਉਹ ਅੱਜ ਸਾਡੇ ਸਟੂਡੀਓ ਆਏ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਦੇ ਬਾਰੇ ਜਿਹੜਾ ਆ ਅੱਜ ਆਪਾਂ ਪੁੱਛਾਂਗੇ ਕਿ ਇੰਨੇ ਵਰ੍ਹਿਆਂ ਦਾ ਸਫ਼ਰ ਜਿਹੜਾ ਉਹਨਾਂ ਨੇ ਉੱਥੇ ਬਿਤਾਇਆ ਆ ਕਿੱਦਾਂ ਦਾ ਰਿਹਾ, ਉਹ ਸਾਰਾ ਲੇਖਾ ਜੋਖਾ ਤੁਸੀਂ ਵੀ ਜਿਹੜਾ ਆ ਧਿਆਨ ਨਾਲ ਜ਼ਰੂਰ ਸੁਣਿਓ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਰਾਏ ਸਾਹਿਬ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। 1 ਵੇ ਹਾਂਜੀ ਟੀਵੀ ਦੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਤੇ ਹਾਂਜੀ ਜੀ ਰਾਏ ਸਾਹਿਬ, ਮੈਂ ਹੁਣ ਗੱਲ ਕਰਦਾ ਆ ਕਿ ਸਵਾਗਤ ਦੇ ਨਾਲ ਨਾਲ, ਕਿਉਂਕਿ ਸਾਡੇ ਦਰਸ਼ਕ ਜਿਹੜੇ ਸਾਨੂੰ ਦੇਖਦੇ ਪਏ ਆ, ਗੱਲ ਅਸੀਂ ਇੱਥੋਂ ਸ਼ੁਰੂ ਕਰਾਂਗੇ। ਜਦੋਂ ਤੁਸੀਂ ਇੱਥੋਂ ਇੰਗਲੈਂਡ ਗਏ ਜੀ, ਪਹਿਲਾਂ ਪਰਿਵਾਰ ਦੇ ਵਿੱਚੋਂ ਕੋਈ ਗਿਆ ਸੀਗਾ ਜਾਂ ਫਿਰ ਆਮ ਮੁੰਡੇ, ਜਿਵੇਂ ਅੱਜ ਕੱਲ੍ਹ ਤਾਂ ਹੁਣ ਬਹੁਤ ਜ਼ਿਆਦਾ ਚੱਲਣਾ ਵਿਦੇਸ਼ਾਂ 'ਚ ਜਾਣ ਦਾ, ਕਿ ਤੁਹਾਡੇ ਮਨ ਦੇ ਵਿੱਚ ਵੀ ਇਹ ਸੀਗਾ ਕਿ ਮੈਂ ਜਾ ਕੇ ਬਾਹਰ ਹੀ ਕਾਮਯਾਬ ਹੋਣਾ, ਕਿ ਇੱਥੇ ਨਹੀਂ ਹੋ ਸਕਦੇ, ਜਾਂ ਫਿਰ ਪਰਿਵਾਰਕ ਪੱਖੋਂ, ਜਾਂ ਫਿਰ ਕਿਉਂਕਿ ਦੁਆਬਾ ਜਿਹੜੇ ਖੇਤਰ ਨਾਲ ਤੁਸੀਂ ਸੰਬੰਧ ਰੱਖਦੇ ਹੋ, ਉੱਥੋਂ ਦੇ ਬਹੁਤ ਸਾਰੇ ਲੋਕ ਜਿਹੜੇ ਸੀ ਪ੍ਰਵਾਸ ਕਰਕੇ ਉੱਥੇ ਜਾ ਕੇ ਕੰਮ ਕਰਦੇ ਰਹੇ ਵਿਦੇਸ਼ਾਂ ਦੀ ਧਰਤੀ ਉੱਤੇ, ਤੇ ਤੁਸੀਂ ਕੀ ਸੋਚ ਕੇ ਗਏ? ਮੈਂ ਕੋਈ ਸੋਚ ਬੱਚਾ ਸੀ ਜਦੋਂ ਮੈਂ ਇੰਗਲੈਂਡ ਦੀ ਧਰਤੀ 'ਤੇ ਬਲੈਤ ਦੀ, ਜਿਹਨੂੰ ਪਹਿਲਾਂ ਬਲੈਤ ਕਹਿੰਦੇ ਸੀਗੇ, ਜੀ ਬਲੈਤ ਦੀ ਧਰਤੀ 'ਤੇ ਪਹੁੰਚੇ। ਸਾਡੇ ਪਿਤਾ ਜੀ ਉਸ ਟਾਈਮ 'ਤੇ ਜਿੱਦਾਂ ਅੱਜ ਨੌਜਵਾਨ ਗੱਭਰੂ ਜਾਂਦੇ ਹੈ ਜੀ ਪਿਛਲੇ ਦਰਵਾਜ਼ੇ ਥਾਣੀ, ਸਾਡੇ ਪਿਤਾ ਜੀ ਉਸ ਪਿਛਲੇ ਦਸਤ ਤਾਈਂ ਇੰਗਲੈਂਡ ਗਏ ਸੀ, ਬਲੈਤ ਗਏ ਸੀਗੇ ਜੀ, ਇਹ 58 ਵਿੱਚ। ਅੱਛਾ ਜੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ, ਮੇਰੇ ਬੜੇ ਭਾਈ ਸੀ ਉਹਨਾਂ ਨੂੰ ਬੁਲਾਇਆ 1962 ਵਿੱਚ, ਅਤੇ ਫਿਰ
ਸਾਡੀ ਮਾਤਾ ਜੀ ਨੂੰ ਸਾਨੂੰ 4 ਭਰਾਵਾਂ ਨੂੰ ਉਹਨਾਂ ਨੇ 1963 ਅਪ੍ਰੈਲ 1963 29 ਅਪ੍ਰੈਲ 1963 ਨੂੰ 7:30 ਵਜੇ ਸਾਡਾ ਜਹਾਜ਼ ਇੰਗਲੈਂਡ ਦੀ ਧਰਤੀ ਤੇ ਜਾ ਕੇ ਲੱਗਾ ਸੀਗਾ। ਅੱਛਾ 1963 ਦੀ ਗੱਲ ਹੈ ਜੀ। ਤੇ ਫਿਰ ਬਸ ਛੋਟੇ ਬੱਚੇ ਸੀ ਉਦੋਂ, ਹਜੇ ਇੰਨੀ ਪਤਾ ਹੀ ਨਹੀਂ ਸੀ ਹੈਗਾ ਵੀ ਬਿਲਕੁਲ ਇੰਗਲੈਂਡ ਕੀ ਹੈ ਕੀ ਨਹੀਂ ਹੈਗਾ। ਵੀ ਪੰਜਾਬ ਦੀ ਧਰਤੀ ਤੋਂ ਜਾਣਾ ਫਿਰ ਉੱਥੇ ਉਹਨਾਂ ਪਿਤਾ ਜੀ ਨੇ ਬੁਲਾਇਆ ਸਾਡੇ ਬਾਪੂ ਜੀ ਨੇ ਤੇ ਅਸੀਂ ਚਲੇ ਗਏ ਜੀ। ਬਾਕੀ ਜੋ ਸਫ਼ਰ ਤੁਸੀਂ ਕਹਿੰਦੇ ਆ ਸਾਡੀ ਜ਼ਿੰਦਗੀ ਦਾ, ਉੱਥੇ ਜਾ ਕੇ ਫਿਰ ਪੜ੍ਹਾਈ ਕੀਤੀ ਹੋਣੀ ਪਹਿਲਾਂ? ਇੱਥੇ ਮੈਂ ਜਦੋਂ ਪੰਜਾਬ ਵਿੱਚ ਸੀ ਉਦੋਂ ਅਸੀਂ ਦੂਸਰੀ ਕਲਾਸ ਵਿੱਚ ਅਜੇ ਊੜਾ ਐੜਾ ਜਾਂ ਕਹਿ ਲਓ ਭਲਾਵੇਂ ਅੱਖਰਾਂ ਦੀ ਤਿਕਰੇ ਪੜ੍ਹਦੇ ਸੀਗੇ ਜੀ ਜੀ। ਉਹ ਤੋਂ ਬਾਅਦ ਉੱਥੇ ਇੰਗਲੈਂਡ ਚਲ ਗਿਆ। ਉੱਥੇ ਫਿਰ 2 ਕੁ ਮਹੀਨੇ ਤਾਂ ਸਾਨੂੰ ਠੰਡ ਬਹੁਤ ਸੀ। ਠੰਡ ਜਿਹਦਾ ਪਤਾ ਨਹੀਂ ਸੀ ਲੱਗਦਾ, ਦਿਨ ਵੀ ਕੁਛ ਸਾਨੂੰ ਠੰਡ, ਉਹਨਾਂ ਨੂੰ ਠੰਡ ਨਹੀਂ ਸੀ ਲੱਗਦੀ, ਸਾਨੂੰ ਲੱਗਦੀ ਸੀ ਇੱਥੇ ਲੱਗਦੀ ਸੀ। ਚਲੋ ਪਿਤਾ ਜੀ ਨੇ 2 ਕੁ ਮਹੀਨਿਆਂ ਬਾਅਦ ਸਾਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ, ਦਾਖਲਾ ਦਵਾ ਦਿੱਤਾ। ਤੇ ਸਕੂਲ ਅਸੀਂ ਮੇਰਾ ਖਿਆਲ ਘੱਟ ਜਾਂਦੇ ਸੀਗੇ ਤੇ ਪਾਰਕਾਂ ਵਿੱਚ ਜ਼ਿਆਦਾ ਟਾਈਮ ਗੁਜ਼ਾਰਦੇ ਸੀ। ਫੁੱਟਬਾਲ ਖੇਡਣ ਦੇ ਸ਼ੌਕੀਨ ਹੁੰਦੇ ਸੀਗੇ। ਅੱਧੀ ਛੁੱਟੀ ਵੇਲੇ ਮੁੜ ਕੇ ਕਈ ਵਾਰੀ ਜਾਂਦੇ ਨਹੀਂ ਸੀ ਹੈਗੇ। ਅੱਛਾ, ਇਹ ਸਾਡੀ ਉੱਤੇ ਵਰਲੋ ਵੱਜ ਜਾਂਦੀ ਸੀ। ਹਾਂਜੀ, ਉੱਥੇ ਚਲੋ ਖੇਡਦੇ ਆਪਾਂ। ਕਈ ਵਾਰੀ ਮਾਸਟਰ ਜਿਹੜੇ ਹੈਡ ਮਾਸਟਰ ਸੀ ਉਹਨਾਂ ਨੇ ਸਾਨੂੰ, ਉਹ ਜਿਹੜੇ ਸਾਡੇ ਹੈਡ ਮਾਸਟਰ ਸੀ ਨਾ, ਉਹ ਪੰਜਾਬ ਇੱਥੇ ਰਹਿ ਕੇ ਗਏ ਸੀਗੇ। ਅੱਛਾ ਜੀ। ਉਹਨਾਂ ਨੇ ਕਿਹਾ ਤੁਸੀਂ ਬਹੁਤ ਸ਼ਰਾਰਤੀ ਹੈ। ਅੱਛਾ, आप बहुत शरारती बच्चे हो, आप वापस नहीं आते। ਅੱਛਾ। ਤੇ ਉਹਨਾਂ ਨੇ ਸਾਡੇ ਮੰਮੀ ਡੈਡੀ ਜਾਂ ਸਾਡੇ ਪਿਤਾ ਜੀ ਨੂੰ ਬੁਲਾਣਾ ਕਿ ਮੁੜ ਕੇ ਦੁਪਹਿਰ ਤੋਂ ਬਾਅਦ ਕਈ ਵਾਰ ਸਕੂਲ ਨਹੀਂ ਆਉਂਦੇ ਹੈਗੇ। ਪਿਤਾ ਜੀ ਨੇ ਝਿੜਕਣਾ ਵੀ ਹੈਗਾ। ਚਲੋ ਇਹ ਸਿਲਸਿਲਾ ਚੱਲਦਾ ਰਿਹਾ ਇੱਦਾਂ ਹੀ। ਪੜ੍ਹਾਈ ਜਿੰਨੀ ਕੁ ਸਾਨੂੰ ਲੋੜ ਸੀ, ਲੋੜ ਮੁਤਾਬਕ ਅਸੀਂ ਆਪਣੀ ਪੜ੍ਹਾਈ ਕਰ ਲਈ। ਇੰਗਲਿਸ਼ ਜਿੱਦਾਂ ਦੀ ਟੁੱਟੀ ਫੁੱਟੀ ਆਉਂਦੀ ਸੀ, ਯੂ ਮੀ ਕਰਦੇ ਰਹੇ। ਤੇ ਥੋੜ੍ਹੀ ਇੰਗਲਿਸ਼ ਵੀ ਆਉਣ ਲੱਗ ਪਈ। ਜਿਹੜਾ ਗੋਰਿਆਂ ਦੇ ਨਾਲ ਮਿਲਣਾ ਜੁੜਨਾ ਉਹ ਵੀ ਥੋੜ੍ਹਾ ਜਿਹਾ, ਕਿ ਨਫ਼ਰਤ ਦੀ ਜਿਹੜੀ ਨਫ਼ਰਤ ਸੀ ਨਾ ਉਹਨਾਂ ਵਿੱਚ ਆਪਣੇ ਬਹੁਤ ਸੀ ਉਸ ਵੇਲੇ ਦੌਰ ਸੀਗਾ ਵੀ ਇਹ ਕਾਲੇ ਲੋਕ ਇੱਥੇ ਕਿਉਂ ਆ ਗਏ। ਅੱਛਾ, ਉਹਦਾ ਵੀ ਸ਼ਿਕਾਰ ਹੋਣਾ ਪਿਆ ਤੁਹਾਨੂੰ ਵੀ? ਹਾਂਜੀ, ਉਹਦਾ ਬਹੁਤ, ਮੈਂ ਇਕੱਲਾ ਨਹੀਂ, ਸਾਡੇ ਜਿੰਨੇ ਵੀ ਪ੍ਰਵਾਸੀ ਲੋਕ ਉੱਥੇ ਨੇ ਪ੍ਰਵਾਸ ਕੀਤਾ ਨਾ, ਉਹਨਾਂ ਨੇ ਸਾਰਿਆਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪਿਆ। ਜੀ ਜੀ ਜੀ। ਕੋਈ ਕਮੈਂਟ ਕਰਦੇ ਸੀ? ਕਮੈਂਟ ਕਾਲੇ ਕਾਲੇ ਕਹਿ ਕੇ ਜਾਂ ਸਾਨੂੰ ਗਾਲ ਕੱਢਣੀਆਂ ਉਹਨਾਂ ਨੇ। ਹਾਲੇ ਸਾਨੂੰ ਇੰਨੀ ਸਮਝ ਤਾਂ ਗਾਲਾਂ ਦੀ ਹੈ ਨਹੀਂ ਸੀ, ਪਰ ਹੌਲੀ ਹੌਲੀ ਸਿੱਖ ਕੇ ਆਪਦੀ ਭਾਸ਼ਾ 'ਚ ਕੀ ਬੋਲਦੇ, ਉਹਨਾਂ ਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਸੀਗਾ ਕਿ ਉਹ ਕੀ ਕਹਿ ਰਹੇ ਹੈਗੇ ਆ। ਕਈ ਵਾਰੀ ਇੱਕਾ ਦੁੱਕਾ ਲੜਾਈਆਂ ਵੀ ਹੋਈਆਂ ਮੁੰਡਿਆਂ ਦੇ ਨਾਲ। ਮਤਲਬ ਇਸ ਨਸਲੀ ਵਿਤਕਰੇ ਦਾ ਸਾਰੇ ਸਾਡੇ ਜਿਹੜੇ ਭਾਰਤੀ ਗਏ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ? ਸਭ ਨੂੰ ਹੀ ਸ਼ਿਕਾਰ ਹੋਣਾ ਪਿਆ। ਇਕੱਲੇ ਸਕੂਲਾਂ ਵਿੱਚ ਨਹੀਂ, ਜਿੱਥੇ ਕੰਮ ਕਰਦੇ ਸੀਗੇ ਉੱਥੇ ਵੀ ਸ਼ਿਕਾਰ ਹੋਣਾ ਪਿਆ ਸਾਰਿਆਂ ਨੂੰ। ਚਲੋ ਸਾਰਿਆਂ ਨੇ ਉਸ ਚੀਜ਼ ਨੂੰ ਮੰਨ ਲਿਆ ਕਿ ਇੱਕ ਜ਼ਿੰਦਗੀ ਦਾ ਹਿੱਸਾ ਹੈ, ਬਸ ਉਹਨੂੰ ਛੱਡ ਕੇ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਏ ਜੀ। ਤੇ ਬਾਕੀ ਜ਼ਿੰਦਗੀ ਚੱਲਦੀ ਰਹੀ। ਸਕੂਲ ਹਜੇ ਮੈਂ ਕਿਹਾ ਛੱਡ ਦਿੱਤਾ ਅਸੀਂ 16 ਸਾਲ ਦੀ ਉਮਰ ਵਿੱਚ ਹੀ। ਅੱਛਾ, ਕੋਈ ਪੜ੍ਹਾਈ ਦਾ ਕੋਈ ਦੁਆ ਹੈ ਨਹੀਂ ਸੀ। ਇਹੀ ਹੁੰਦਾ ਸੀ ਕਿ ਚੱਲ ਪੈਸੇ ਕਮਾਉਣੇ ਆ ਜੀ। ਬਿਲਕੁਲ, ਪੈਸੇ ਕਮਾ ਕੇ ਆਪਣੇ ਸਾਰੇ ਜਿੰਨੇ ਸਾਰੇ ਪ੍ਰਵਾਸੀਆਂ ਨੇ ਪ੍ਰਵਾਸ ਕੀਤਾ ਨਾ, ਇੱਕੋ ਲਕਸ਼ ਲੈ ਕੇ ਗਏ ਸੀਗੇ ਕਿ ਪੈਸਾ ਕਮਾ ਕੇ ਅਸੀਂ ਵਾਪਸ ਆ ਜਾਣਾ। ਪਰ ਉਹ ਸੋਚ ਇਹੀ ਸੀ ਸਾਰਿਆਂ ਦੀ, ਉਹ ਉਹਨਾਂ ਦੀ ਸੋਚ ਸੀ ਕਿ ਅਸੀਂ ਪੈਸਾ ਕਮਾ ਕੇ ਵਾਪਸ ਆ ਜਾਣਾ। ਪਰ ਜਦੋਂ ਉਹਨਾਂ ਨੇ ਆਪਣੇ ਟੱਬਰਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਉੱਥੇ, ਉਹਨਾਂ ਨੇ, ਮੈਂ ਫਿਰ ਆਪਣੇ ਇੱਕ ਮੇਰੇ ਕੋਲ ਹੁਣ ਮੈਂ ਸ਼ਾਇਰੀ ਦੀ ਗੱਲ ਤਾਂ ਨਹੀਂ ਕਰਾਂਗਾ ਹਜੇ, ਉਹਨਾਂ ਨੇ ਇੱਕ ਮੇਰਾ ਆਪਣਾ ਖਿਆਲ ਆਇਆ ਕਿ ਇੱਕ ਰੋਟੀ ਖਾਤਰ ਜਲਾ ਵਤਨ ਹੋਇਆ ਤੇ ਛੱਡਿਆ ਭਾਈਚਾਰਾ, ਮੁੜ ਕਦੀ ਨਾ ਦੇਸ ਪਰਤਿਆ ਤੇ ਪਰਦੇਸੀ ਗੁਜ਼ਰਿਆ ਜੀਵਨ ਸਾਰਾ। ਭਰ ਜੋਬਨ ਪਰਦੇਸੀ ਹੋਇਆ ਤੇ ਪੱਤ ਝੜ ਗਈ ਹੁਣ ਆ, ਲੱਗਦਾ ਨਹੀਂ ਮੈਂ ਮੁੜ ਵਤਨੀ ਜਾਵਾਂ ਕਿ ਕਿਉਂਕਿ ਤੇ ਕੁੜਮ ਕਬੀਲਾ ਸਾਰਾ। ਹੁਣ ਜਦੋਂ ਕੁੜਮ ਕਬੀਲਾ ਸਾਰਾ ਉੱਥੇ ਚਲੇ ਗਿਆ, ਪਿੱਛੇ ਬੁੱਢੇ ਮਾਪੇ ਰਹਿ ਗਏ, ਜਿੱਦਾਂ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਉਹ ਸਾਰੇ ਪ੍ਰਵਾਸ ਕਰ ਗਏ, ਉਹਨਾਂ ਦੇ ਬੱਚੇ ਪਿੱਛੇ ਰਹਿ ਗਏ ਹੈਗੇ ਹੈ। ਇਸ ਕਰਕੇ ਉਹ ਜਿਹੜਾ ਦੌਰ ਸੀਗਾ ਨਾ, ਇੱਕ ਸੰਘਰਸ਼ ਭਰਿਆ ਵੀ ਸੀਗਾ ਤੇ ਦੁੱਖਾਂ ਭਰਿਆ ਵੀ ਸੀ, ਪਰ ਜ਼ਿੰਦਗੀ ਦੀ ਜਿਹੜੀਆਂ ਸਹੂਲਤਾਂ ਸੀ ਉਹ ਪੂਰੀਆਂ ਸਾਨੂੰ ਮਿਲੀਆਂ ਉੱਥੇ ਜਾ ਕੇ। ਇਸ ਕਰਕੇ ਮੇਰਾ ਖਿਆਲ ਕਿ ਆਉਣ ਦਾ ਤੇ ਮੁੜ ਕੇ ਆਉਣ ਦਾ ਕੋਈ ਖਿਆਲ ਹੀ ਨਹੀਂ ਸੀ। ਮੁੜ ਕੇ ਕੋਈ ਵੀ ਪ੍ਰਵਾਸੀ ਮੇਰਾ ਖਿਆਲ ਜਿਹੜਾ ਜਿਹਨੇ ਪ੍ਰਵਾਸ ਕਰ ਲਿਆ ਨਾ, ਉਹ ਮੁੜ ਕੇ ਵਤਨ ਨੂੰ ਆਇਆ ਨਹੀਂ। ਪਰਿਵਾਰ ਸੱਦ ਲਿਆ, ਉੱਥੇ ਰਹਿਣਾ ਸ਼ੁਰੂ, ਪਰਿਵਾਰਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ।
ਤੇ ਆਪਣੀ ਵਧੀਆ ਜ਼ਿੰਦਗੀ ਗੁਜ਼ਾਰਨ ਲੱਗ ਪਏ ਜੀ। ਤੇ ਉੱਥੇ ਪੰਜਾਬੀ ਭਾਈਚਾਰਾ ਜਿਹੜਾ ਸੀਗਾ ਜਦੋਂ ਤੁਸੀਂ ਗਏ ਸੀ ਉਹ ਜ਼ਿਆਦਾ ਸੀ ਕਿ ਸਾਡੇ ਜੋ ਬਾਕੀ ਭਾਰਤੀ ਸਟੇਟਾਂ ਵਿੱਚੋਂ ਵੀ ਲੋਕ ਸੀ? ਨਹੀਂ, ਆਪਣੇ ਜ਼ਿਆਦਾ ਕਰਕੇ ਪੰਜਾਬ ਦੇ ਜਿੱਥੇ ਕਿ ਅਸੀਂ ਰਹਿੰਦੇ ਸੀ ਨਾ, ਜੀ ਜੀ, ਉਹ ਉੱਥੇ ਜਦੋਂ ਕੋ ਅਸੀਂ ਗਏ ਆ 10-12 ਅਕਤੂਬਰ ਸੀਗੇ ਪਹਿਲਾਂ, ਜੀ ਜੀ 1963-64 ਦੇ ਵਿੱਚ ਨਾ। ਜੀ ਹੌਲੀ ਹੌਲੀ ਫਿਰ ਹੋਰ ਲੋਕ ਵੀ, ਜਿਹੜਾ ਹੁਣ ਮੇਰਾ ਰਿਸ਼ਤੇਦਾਰ ਹੈ, ਮੈਂ ਵੀ ਉਹਨੂੰ ਵੀ ਉੱਥੇ ਆ ਗਿਆ ਜਾਂ ਸਾਡੇ ਕੋਲ ਆ ਜਾ, ਉੱਥੇ ਥੋੜ੍ਹੀ ਥੋੜ੍ਹੀ ਤਾਦਾਦ ਵੱਧਦੀ ਗਈ। ਕਿਹੜਾ ਸ਼ਹਿਰ ਸੀ ਇੰਗਲੈਂਡ ਦੇ ਵਿੱਚ? ਇੰਗਲੈਂਡ ਦੇ ਵਿੱਚ ਬੈਲਵਡੀਅਰ ਕੈਂਟ ਹੈ। ਅੱਛਾ ਜੀ, ਬੈਲਵਡੀਅਰ ਕੈਂਟ ਹੈਗਾ, ਛੋਟਾ ਜਿਹਾ ਹੈਗਾ, ਨਾਲ ਨਾਲ ਇੱਕ ਦੂਜੇ ਦੇ ਲੱਗਦੇ ਸ਼ਹਿਰ ਉਹ। ਤੇ ਉੱਥੇ ਚਲੋ ਜ਼ਿੰਦਗੀ ਵਧੀਆ ਗੁਜ਼ਾਰਨ ਲੱਗ ਪਏ, ਸੋਹਣਾ ਲੱਗਣ ਲੱਗ ਪਿਆ ਮੁਲਕ। ਹੋਰ ਇੱਥੇ ਕੀ ਕਹਿ ਸਕਦੇ ਹੈਗੇ ਆ। ਬਚਪਨ ਤੋਂ ਤੁਸੀਂ ਜਵਾਨੀ ਤੱਕ ਉੱਥੇ ਹੀ ਮਤਲਬ ਪ੍ਰਵਾਨ ਚੜ੍ਹੇ? ਹਾਂਜੀ ਤੇ ਬਿਲਕੁਲ। ਫਿਰ ਉਸ ਤੋਂ ਬਾਅਦ ਕੀ ਹੋਇਆ? ਜੌਬ ਲੱਭੀ ਕਿ ਜਿਹੜੀ ਸਟੱਡੀ ਤੁਸੀਂ ਕਹਿੰਦੇ ਵੀ ਮੈਂ ਵਿੱਚ ਹੀ ਛੱਡਾ ਦਿੱਤੀ? ਹਾਂਜੀ ਹਾਂਜੀ। ਕਿਉਂਕਿ ਉਧਰਲੇ ਹਿਸਾਬ ਨਾਲ ਫਿਰ ਜਿਹੜੀ ਅੰਗਰੇਜ਼ੀ ਵੀ ਸਿੱਖ ਗਏ, ਸਾਰਾ ਕੁਝ ਹੁੰਦਾ, ਤਾਂ ਫਿਰ ਮਤਲਬ ਉਜਰਤ ਕਮਾਈ ਕਿਰਤ ਜਿਹੜੀ ਆ ਉਹ ਸਭ ਤੋਂ ਵੱਡੀ ਲੋੜ ਹੁੰਦੀ ਹੈ। ਹਾਂਜੀ ਬਿਲਕੁਲ ਬਿਲਕੁਲ। ਅੱਛਾ, ਕੀ ਕੰਮ ਫਿਰ ਉਧਰ ਜਿਹੜੇ ਆ ਕਿਸ ਤਰੀਕੇ ਦੇ ਉਹ ਆਪਣੇ ਲੋਕ ਕਰਦੇ ਰਹੇ ਜਾ ਕੇ? ਸਾਡੇ ਉੱਥੇ ਜਿਹੜੀ ਜਦ ਮੈਂ ਆਪਣਾ ਕੰਮ ਛੱਡਿਆ ਨਾ, ਸਾਡੇ ਉੱਥੇ ਇੱਕ ਫੈਕਟਰੀ ਰੱਖ ਲਓ ਜਾਂ ਫਾਊਂਡਰੀ ਰੱਖ ਲਓ ਜੀ, ਉੱਥੇ ਨਾ ਜਿਹੜੇ ਆ ਪਾਈਪ ਨਹੀਂ, ਮਿੱਟੀ ਦੇ ਪਾਈਪ ਹੈ, ਇਹ ਉਹਨੂੰ ਡਾਲਟਨ ਕਹਿੰਦੇ ਸੀ। ਡਾਲਟਨ ਦੇ ਵਿੱਚ 3 ਕੁ ਮਹੀਨੇ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਆਪਣੇ ਰੇਲਵੇ 'ਚ ਨੌਕਰੀ ਲੱਭ ਗਈ। ਇਹ 69 ਦੀ 1969 ਦੀ ਅੱਛਾ ਜੀ ਗੱਲ ਹੈ। ਅੱਛਾ ਜੀ, ਉੱਥੇ ਗਿਆ ਤਾਂ ਐਵੇਂ ਫਿਰਦਾ ਤੇ ਵਿਹਲਾ ਹੀ ਸੀਗਾ। ਉੱਥੇ ਮੈਨੇਜਰ ਦੇ ਦੇਖਿਆ ਦਰਵਾਜ਼ਾ ਖੁੱਲ੍ਹਾ ਹੈ, ਤੇ ਉਹਨੇ ਅੰਦਰ, ਮੈਂ ਉਹਦਾ ਦਰਵਾਜ਼ਾ ਖੜਕਾਇਆ, ਜੀ ਜੀ, ਦੇਖਿਆ ਮੈਂ ਅੰਦਰ ਆ ਸਕਦਾ? ਉਹ ਕਹਿੰਦਾ ਆ ਜਾ। ਮੈਂ ਅੰਦਰ ਗਿਆ ਤੇ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਜੌਬ ਹੈਗੀ ਹੈ? ਉਹ ਕਹਿੰਦਾ ਤੂੰ ਕੀ ਕਰ ਸਕਦਾ? ਮੈਂ ਕਿਹਾ ਸਭ ਕੁਝ ਕਰ ਸਕਦਾ। ਅੱਛਾ, ਤੇ ਕਹਿੰਦਾ ਬਹਿ ਜਾ। ਬੈਠ ਗਿਆ ਤਾਂ ਉਹਨੇ ਮੈਨੂੰ, ਮੈਂ ਕਿਹਾ 10 ਸਵਾਲ ਦਿੱਤੇ ਸੀ। ਮੈਂ ਹਿਸਾਬ ਵਿੱਚ ਨਾ ਬਹੁਤ ਤੇਜ਼ ਸੀਗਾ, ਜਿੱਦਾਂ 1 ਦੂਣੀ 2 ਦੂਣੀ 4 ਪਹਾੜੇ, ਉਹ ਮੈਨੂੰ ਬਹੁਤ ਤੇ ਆਉਂਦੇ ਸੀਗੇ। ਅੱਛਾ, ਤੇ ਉਹ ਮੈਂ ਉਹਨੂੰ ਸਵਾਲ 15 ਕੁ ਮੇਰਾ ਸਵਾਲ ਸੀ ਜਿਹੜੇ ਮੈਨੂੰ ਆਉਂਦੇ ਸੀ, ਮੈਂ ਸਾਰੇ ਸ਼ੀਸ਼ੇ ਤੇ ਕਰਕੇ ਦੇ ਦਿੱਤੇ। ਉਹ ਮੈਨੂੰ ਕਹਿੰਦਾ ਤੇਰਾ ਮੈਨੂੰ ਮੈਥ ਆਪਣਾ ਹਿਸਾਬ ਹੈਗਾ ਉਹ ਬਹੁਤ ਗੋਡੇ ਹੈ। ਅੱਛਾ, ਤੇ ਕਹਿੰਦਾ ਇੰਗਲਿਸ਼? ਮੈਂ ਕਿਹਾ ਇੰਗਲਿਸ਼ ਤੇਰੇ ਸਾਹਮਣੇ ਜਿੰਨੀ ਕੁ ਮੈਨੂੰ ਆਉਂਦੀ ਹੈ। ਕਹਿੰਦਾ ਕੋਈ ਗੱਲ ਨਹੀਂ, ਤੂੰ ਹਿਸਾਬ ਤੇਰਾ ਬਹੁਤ ਵਧੀਆ। ਉਦੋਂ ਸਾਰਾ ਕੁਝ ਮੈਨੂਅਲ ਹੁੰਦਾ ਸੀਗਾ, ਹੱਥਾਂ ਨਾਲ ਹੀ ਹੁੰਦਾ ਸੀ, ਦਿਮਾਗ ਨਾਲ ਹੀ ਹੁੰਦਾ ਸੀਗਾ। ਕੰਪਿਊਟਰ ਤਾਂ ਬਹੁਤ ਦੇਰ ਬਾਅਦ ਆਏ ਹੈ। ਤੇ ਉਹਨੇ ਮੈਨੂੰ ਟਿਕਟ ਦਿੱਤੀ ਤੇ ਕਹਿੰਦਾ ਮੈਡੀਕਲ ਕਰਾ ਕੇ ਆ। ਮੈਡੀਕਲ ਅਸੀਂ ਫਿੱਟ ਸੀ, ਯੰਗ ਸੀਗੇ, ਸਾਡੀ 18 ਸਾਲ ਦੀ ਮੇਰੀ ਉਦੋਂ ਉਮਰ ਸੀਗੀ ਜੀ। ਤੇ ਮੈਡੀਕਲ ਗਿਆ, ਉਹਨਾਂ ਨੇ ਦੇਖਤਾ ਹਾਂ ਇਹ ਫਿੱਟ ਹੈ ਟੂ ਵਰਕ ਕੰਮ, ਤੇ ਉੱਥੇ ਆ ਗਏ। ਉੱਥੇ ਲੱਗ ਗਏ ਬਸ ਮੇਰਾ ਖਿਆਲ ਕਿ 69 ਕੰਮ ਤੇ ਲੱਗਾ ਦਸੰਬਰ 'ਚ। 1 ਸਾਲ ਕੀਤਾ ਤੇ ਫਿਰ ਮੈਂ ਇੰਡੀਆ ਆ ਗਿਆ। ਅੱਛਾ, ਇੰਡੀਆ ਆ ਕੇ ਪੰਜਾਬ ਆ ਗਏ। ਇੱਥੇ ਆ ਕੇ ਬਾਬਾ ਦਾਦੀ ਸੀ, ਉਹਨਾਂ ਨੂੰ ਮੈਂ ਕਿਹਾ ਚੱਲ ਮਿਲੇ ਨੇ, ਛੁੱਟੀਆਂ ਲੈ ਲੈਣੇ ਹੈਗੇ। ਉਹ ਮੈਂ 3 ਮਹੀਨੇ ਛੁੱਟੀਆਂ, ਮੈਂ ਕਦੇ ਪੰਜਾਬ ਜਦੋਂ ਵੀ ਆਇਆ ਨਾ 2 ਹਫ਼ਤੇ ਲਈ ਮੈਂ ਕਦੇ ਆਇਆ ਨਹੀਂ, ਅੱਜ ਤੱਕ ਨਹੀਂ ਕਦੇ ਆਇਆ। ਅੱਛਾ, ਹਮੇਸ਼ਾ ਹੀ 4 ਹਫ਼ਤੇ 6 ਹਫ਼ਤੇ 8 ਹਫ਼ਤੇ 3 ਮਹੀਨਿਆਂ ਤੱਕ ਮੈਂ ਛੁੱਟੀ ਲੈ ਕੇ ਆਉਂਦਾ ਰਿਹਾ। ਅੱਛਾ, ਮੁੜ ਵਤਨੀ ਫੇਰ ਆਪਾਂ ਚੱਲੇ ਹਾਂ, ਉਸਿਆਂ ਹੋਇਆਂ ਨੂੰ ਮਨਾਉਣ ਚੱਲੇ ਹਾਂ, ਜਿਨ੍ਹਾਂ ਸਾਡੀ ਜ਼ਿੰਦਗੀ ਦਾ ਸੂਰਜ ਉਦੈ ਕੀਤਾ, ਚਿਰਾਗ ਉਹਨਾਂ ਦੇ ਵਿਚਾਰਾਂ ਤੇ ਜਗਾਉਣ ਚੱਲੇ ਹਾਂ। ਅੱਛਾ, ਮਤਲਬ ਉਹ ਕਿ ਜਦੋਂ ਮੈਂ ਆਇਆ ਨਾ, ਮੇਰੀ ਇਹ ਆਵਾਜ਼ ਮੇਰੇ ਮਨ 'ਚੋਂ ਇਹ ਨਿਕਲਿਆ ਜਦੋਂ ਮੈਂ ਆਪਣੇ ਪਹਿਲਾਂ ਧਰਤੀ ਤੇ ਕਦਮ ਰੱਖਿਆ ਜਹਾਜ਼ ਵਿੱਚੋਂ, ਇਹ ਮੇਰੇ ਲਫ਼ਜ਼ ਜ਼ਬਾਨ 'ਚ ਆਏ ਇਹ। ਅੱਛਾ, ਚਲੋ ਆ ਕੇ ਬਾਬਾ ਦਾਦੀ ਕੋਲ ਰਹੇ, ਫਿਰ ਮੁੜਨ ਦਾ ਸਬੱਬ ਬਣਿਆ। ਉਹਨਾਂ ਦਿਨਾਂ 'ਚ ਬਾਬਾ ਜੀ ਕਹਿੰਦੇ ਵਿਆਹ ਕਰਾ। ਮੈਂ ਕਿਹਾ ਜੀ ਮੈਂ ਵਿਆਹ ਨਹੀਂ ਕਰਾਉਣਾ। ਹਾਂਜੀ, ਠੀਕ ਹੈ। ਤੇ ਮੈਂ ਕਿਹਾ ਅਜੇ ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਤੇ ਇਹ ਕਹਿੰਦੇ ਨਹੀਂ ਪੁੱਤ, ਅਸੀਂ ਵੀ ਤੁਹਾਡੇ ਭਰਾਵਾਂ ਦਾ ਇੱਥੇ ਵਿਆਹ ਦੇਖ ਲਈਏ। ਜੀ ਜੀ। ਤੇ ਚਲੋ ਮੈਂ ਕਿਹਾ ਨਹੀਂ ਜੀ ਮੈਂ ਬਾਬਾ ਜੀ ਵਿਆਹ ਨਹੀਂ ਕਰਾਉਣਾ, ਮੇਰਾ ਕੁਝ ਲਕਸ਼ ਹੈ ਜ਼ਿੰਦਗੀ ਦਾ, ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ। ਮੇਰਾ ਇੱਕ ਮੈਂ ਦੇਖਿਆ ਤੇ ਘਰਾਂ ਵਿੱਚ ਜਦੋਂ ਤੁਹਾਡੀ ਵਾਈਫ ਆ ਜਾਂਦੀ ਜਾਂ ਸਾਡੇ, ਮੈਂ ਆਪਣੀ ਵਹੁਟੀ ਜੀ ਵਾਈਫ ਨੂੰ ਵਹੁਟੀ ਜੀ ਜ਼ਿਆਦਾ ਕਹਿਣਾ ਹੈਗਾ। ਸਾਡਾ ਇਹ ਹੈ ਦੁਆਬੇ, ਪਰ ਇਹ ਸਾਡੀ ਠੇਠ ਪੰਜਾਬੀ ਦੇ ਲਫ਼ਜ਼ ਹੈਗੇ ਹੈ, ਜਿੱਦਾਂ ਤੇਰੀ ਵਹੁਟੀ ਜੀ ਠੀਕ। ਹਾਂ ਜੀ ਜੀ ਜੀ। ਮੈਂ ਕਿਹਾ ਜੀ ਜਦੋਂ ਕੋਈ ਘਰ ਵਿੱਚ ਆਪਣੇ ਔਰਤ ਆ ਜਾਂਦੀ ਦੂਸਰੀ, ਉਹਨਾਂ ਨੂੰ ਉਹਨਾਂ ਖਿਆਲ ਨਹੀਂ ਰੱਖਦੇ, ਸਾਰੀਆਂ ਦੀ ਨਹੀਂ ਗੱਲ ਕਰਦਾ ਜੀ ਜੀ। ਤੇ ਇਸ ਕਰਕੇ ਮੈਂ ਵਿਆਹ ਨਹੀਂ ਕਰਨਾ, ਮੈਂ ਆਪਣੇ ਮਾਂ ਬਾਪ ਦੀ ਸੇਵਾ ਹੀ ਕਰਨੀ ਹੈਗੀ ਆ। ਉਹ ਕਹਿੰਦੇ ਨਹੀਂ ਅਸੀਂ ਤਾਂ ਹੁਣ ਸਿਆਣੇ ਹੋ ਗਏ, ਵੀ ਤੁਸੀਂ ਵਿਆਹ ਕਰਾ ਲਿਆ। ਮੈਂ ਕਿਹਾ ਨਹੀਂ ਵਿਆਹ ਨਹੀਂ ਮੈਂ ਕਰਾਉਣਾ। ਅੱਛਾ, ਉਹਨਾਂ ਨੇ ਮੇਰਾ ਹਫ਼ਤਾ ਕੁ ਮੁੜ ਕੇ ਜਾਣ ਨੂੰ ਰਹਿੰਦਾ ਸੀਗਾ ਇੰਗਲੈਂਡ ਨੂੰ।
ਇੱਕ ਜਿਹਦੇ ਨਾਲ ਮੇਰਾ ਜ਼ਿੰਦਗੀ ਦਾ ਸਾਥੀ ਬਣੇ, ਉਹਨਾਂ ਦੇ ਮਾਤਾ ਪਿਤਾ ਆਪਣੇ ਮਾਤਾ ਤਾਂ ਨਹੀਂ ਆਉਂਦੀ, ਉਹਨਾਂ ਰਿਸ਼ਤੇ ਤਾਂ ਦੇਖਣ ਆ ਗਿਆ ਮੈਨੂੰ। ਮੈਂ ਕੱਛਾ ਪਾਇਆ ਆ। ਅੱਛਾ ਜੀ। ਤੇ ਉਦੋਂ ਸਾਡੇ ਕੋਲ ਮੁੱਝ ਤਾਂ ਹੁੰਦੀ ਨਹੀਂ ਸੀ ਹੈਗੀ, ਅਸੀਂ ਖੇਤ ਸਾਰੇ ਵਾਹੀ ਠੇਕੇ ਤੇ ਦਿੱਤੀ ਹੋਈ ਸੀ। ਇੱਕ ਬੱਕਰੀ ਹੁੰਦੀ ਸੀ, ਬੱਕਰੀ ਦੇ ਪੱਠੇ ਪਾਉਣੇ ਤਾਂ ਦੁੱਧ ਚੋਂ ਅਸੀਂ ਚਾਹ ਬਣਾਉਂਦੇ ਹੁੰਦੇ ਸੀ। ਤੇ ਉਹਨਾਂ ਨੇ ਮੈਂ ਬੱਕਰੀ ਨੂੰ ਪੱਠੇ ਪਾ ਰਿਹਾ ਸੀਗਾ, ਤੇ ਉਹਨਾਂ ਨੇ ਮੈਨੂੰ ਕੋਲ ਬੁਲਾਇਆ, ਮੇਰੇ ਸਾਰਿਆਂ ਨੂੰ ਫਤਿਹ ਬੁਲਾਈ, ਸਤਿ ਸ਼੍ਰੀ ਅਕਾਲ ਬੁਲਾਈ, ਤੇ ਕਹਿੰਦੇ ਬਹਿ ਜਾ ਕਾਕਾ ਇੱਥੇ ਸਾਡੇ ਕੋਲ। 4-5 ਜਣੇ ਸੀਗੇ, ਮੈਂ ਬਹਿ ਗਿਆ ਕੋਲ, ਤੇ ਕਹਿੰਦੇ ਕਾਕਾ ਤੇਰਾ ਵਿਆਹ ਬਾਰੇ ਕੀ ਖਿਆਲ ਹੈ? ਮੈਂ ਕਿਹਾ ਜੀ ਮੈਂ ਵਿਆਹ ਨਹੀਂ ਹਜੇ ਕਰਾਉਣਾ ਹੈਗਾ। ਮੇਰੇ ਜਿਹੜੇ ਸਹੁਰਾ ਸਾਹਿਬ ਸੀਗੇ ਉਹ ਬੜੇ ਮੈਨੂੰ ਤਾਜੁਬ ਹੁੰਦਾ ਉਸ ਗੱਲ ਦਾ ਕਿ ਉਸ ਟਾਈਮ ਤੋਂ ਕਿੰਨੇ ਫੋਰਵਰਡ ਸੀਗੇ। ਉਹ ਕਹਿੰਦੇ ਕਾਕਾ ਮੈਨੂੰ ਪਰੇ ਲਿਜਾ ਕੇ ਵੀ ਜੇ ਤੈਂ ਕੁੜੀ ਦੇਖਣੀ ਹੈ ਨਾ ਤਾਂ ਕੁੜੀ ਦੇਖ ਲੈ। ਮੈਂ ਕਿਹਾ ਆਪਣੇ ਮੇਰਾ ਖਿਆਲ ਮੈਂ ਉਹਨਾਂ ਨੂੰ ਕੁਛ ਨਾਂ ਤਾਂ ਨਹੀਂ ਲਿਆ ਸੀਗਾ, ਵੈਸੇ ਮੈਂ ਕਿਹਾ ਜੀ ਕਿਉਂ ਤੁਸੀਂ ਮੈਨੂੰ ਮੇਰੇ ਘਰਦਿਆਂ ਤੋਂ ਕੁੱਟ ਪਾਉਣੀ ਹੈਗੀ ਹੈ ਕਿ ਸਾਡੇ ਕਦੇ ਇੱਦਾਂ ਹੋਇਆ ਹੀ ਨਹੀਂ ਹੈਗਾ। ਹਾਂ ਚਲੋ ਮੈਨੂੰ ਉਹ ਕਹਿੰਦੇ ਫਿਰ ਅਸੀਂ ਤੈਨੂੰ ਦੇਖਣ ਆਏ ਹੈਗੇ ਆ। ਪਤਾ ਨਹੀਂ ਮੇਰੇ ਮਨ 'ਚ ਕੀ ਆਇਆ, ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਕੁੜੀ ਦੇ ਲਾਇਕ ਹੈਗਾ, ਜੇ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੁੜੀ ਦੇ ਮੇਚ ਹੈਗਾ ਤਾਂ ਠੀਕ ਹੈ। ਉਹਨੇ ਫਿਰ ਮੈਨੂੰ ਕਿਹਾ, ਕਹਿੰਦਾ ਕਾਕਾ ਜੇ ਤੇਰਾ ਜੀ ਕਰਦਾ ਤਾਂ ਕੁੜੀ ਦੇਖ ਲੈ ਤੂੰ। ਨਹੀਂ ਜੀ ਚਲੋ ਉਹ ਚਲ ਗਏ, ਮੈਨੂੰ 1 ਰੁਪਈਆ ਦੇ ਗਏ। ਉਹ ਸਾਦਗੀ ਸੀ ਉਸ ਜ਼ਮਾਨੇ ਦੀ। ਉਹਨੇ ਜਿਹੜੀ ਅਸੀਂ ਮੁੰਡੇ ਨੂੰ ਰੋਕਣਾ ਕਹਿ ਲਓ, ਜੋ ਵੀ ਮਰਜ਼ੀ ਤੁਸੀਂ ਕਹਿ ਸਕਦੇ ਆ, ਉਹਨੇ 1 ਰੁਪਈਆ ਦਿੱਤਾ ਤਾਂ ਚਾਹ ਚ ਪੀ ਕੇ ਉਹ ਚਲੇ ਗਏ। ਚਲੇ ਸਾਡੇ ਘਰਦਿਆਂ ਨੂੰ ਉਹ ਫਿਰ ਦੂਏ ਦਿਨ ਫੇਰ ਆ ਗਏ ਤੇ ਮੈਨੂੰ ਕਹਿੰਦੇ ਵੀ ਵਿਆਹ ਕਦੋਂ? ਮੈਂ ਕਿਹਾ ਜੀ ਮੈਂ 16 ਅਪ੍ਰੈਲ ਨੂੰ ਵਾਪਸ ਚਲੇ ਜਾਣਾ। ਹੁਣ ਰਹਿੰਦੀ ਸਾਰੀ 6 ਦਿਨ ਹੈ। ਕਹਿੰਦੇ ਅਸੀਂ 6 ਦਿਨਾਂ ਵਿਆਹ ਤੇਰਾ ਕਰ ਦੇਵਾਂਗੇ। ਚਲੋ ਉਹਨਾਂ ਨੇ ਮੇਰਾ 6 ਦਿਨਾਂ ਵਿੱਚ ਨਾ, ਮੈਨੂੰ ਨਹੀਂ ਪਤਾ ਉਹਨੇ ਕਿੱਦਾਂ ਅਰੇਂਜਮੈਂਟ ਕੀਤਾ। ਉਹਨਾਂ ਦੇ ਨਾਲ ਵਿਆਹ ਬੜੇ ਸਾਦੇ ਹੁੰਦੇ ਸੀਗੇ, ਸਾਦੇ ਹੁੰਦੇ, ਕੋਈ ਸ਼ੋਸ਼ਾਬਾਜੀ ਤਾਂ ਹੁੰਦੀ ਨਹੀਂ ਸੀ ਹੈਗੀ। ਜਿਹੜੇ ਪੈਲੇਸ ਫੁੱਲ ਚੱਜ ਬਣੇ ਇਹ ਤਾਂ ਹੈ ਹੀ ਨਹੀਂ ਸੀ। ਘਰਾਂ ਵਿੱਚ ਘਰਾਂ 'ਚ ਵਿਆਹ ਹੁੰਦੇ ਸੀ। ਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਸਾਰਾ ਕੁਝ ਸਜਾ ਚੁੱਕੇ ਤੇ ਸਾਨੂੰ ਕਹਿੰਦੇ ਜੀ ਤੁਸੀਂ 14 ਤਰੀਕ ਨੂੰ ਆ ਜਿਓ। ਅੱਛਾ ਅਸੀਂ ਵਿਆਹ ਚਲ ਗਏ। ਚਲੋ ਸਾਡਾ ਲਾਵਾਂ ਹੋ ਗਏ, ਫੇਰੇ ਹੋ ਗਏ ਤੇ ਬਸ ਉਹ ਤੋਂ ਬਾਅਦ ਫਿਰ ਸੋਚ ਲਿਆ ਕਿ ਹੁਣ ਜਾਣਾ ਨਹੀਂ। ਵੀ ਬੇਤੇ ਰਹਿਣਾ, ਬੇਬੇ ਬਾਪੂ ਕੋਲੇ ਰਹਿਣਾ। ਫਿਰ ਅਸੀਂ ਤਕਰੀਬਨ ਅਗਲੇ ਸਾਲ 1971 ਦੀ ਜੁਲਾਈ ਦੀ 27 ਤਰੀਕ ਨੂੰ ਵਾਪਸ ਗਏ। 1.5 ਸਾਲ ਬਾਅਦ ਮੁੜ ਕੇ ਫਿਰ ਵਾਪਸ ਇੰਗਲੈਂਡ ਨੂੰ ਗਏ। ਚਲੋ ਪਿਛਲਾ ਟੱਬਰ ਵੀ ਕਹਿੰਦਾ ਹੁਣ ਆ ਜਾਓ ਹੁਣ ਵਾਪਸ। ਉਹ ਫਿਰ ਸਾਡੇ ਪਿਤਾ ਜੀ ਕਹਿੰਦੇ ਸੀ ਕਿ ਤੂੰ ਤੇਰਾ ਕੰਮ ਖਰਾਬ ਹੋ ਜਾਣਾ ਹੈਗਾ, ਤੇਰਾ ਕੰਮ ਤੈਨੂੰ ਨਹੀਂ ਮਿਲਣਾ। ਉਹਨੂੰ ਆਪਣੇ ਦੂਏ ਨੂੰ ਮੈਨੇਜਰ ਨੂੰ ਮੈਂ ਚਿੱਠੀ ਲਿਖ ਦਿੱਤੀ ਸੀਗੀ। ਉਹਨਾਂ ਦਿਨਾਂ 'ਚ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਹੈਗੇ, ਜਿੱਦਾਂ ਤਾਰ ਹੁੰਦੀ ਸੀਗੀ। ਉਹਨੂੰ ਮੈਂ ਤਾਰ ਪਾਤੀ ਕਿ ਮੈਂ ਵਾਪਸ ਨਹੀਂ ਆਉਣਾ ਹੈਗਾ ਜੇ ਮੇਰਾ ਵਿਆਹ ਇੱਥੇ ਹੋ ਗਿਆ। ਵੀ ਮੇਰਾ ਜਿਹੜਾ ਜਿੱਦਾਂ ਆਪਣੇ ਕਾਰਡ ਹੁੰਦੇ ਆ P45 ਉਹਨੂੰ ਕਹਿੰਦੇ ਆ, ਵੀ ਮੇਰਾ P45 ਮੇਰੇ ਘਰ ਤੁਸੀਂ ਪੋਸਟ ਕਰ ਦਿਓ। ਉਦੋਂ ਫਿਰ ਦਿੱਲੀ ਜਾ ਕੇ ਚੜ੍ਹਦੇ? ਹਾਂ ਦਿੱਲੀ ਤੇ ਚੜ੍ਹਦੇ ਹੁੰਦੇ, ਅੰਮ੍ਰਿਤਸਰ ਤਾਂ ਹੈ ਨਹੀਂ ਸੀ ਇੱਥੇ। ਹਾਂ ਤੇ ਮੈਨੂੰ ਫਿਰ ਉਹਦਾ ਮੁੜ ਕੇ ਆਈ ਜਵਾਬ ਆਇਆ ਵੀ ਜਦੋਂ ਤੂੰ ਮੁੜ ਕੇ ਆਵੇਂ ਨਾ ਤੇ ਮੈਨੂੰ ਮਿਲੀ ਆ ਕੇ। ਉਹਦਾ ਕਾਰਨ ਸੀ ਕਿ ਮੇਰੀ ਉਮਰ ਥੋੜੀ ਜਿਹੀ, ਉਹਦੇ ਕੋਈ ਬੱਚਾ ਨਹੀਂ ਜਿਹੜਾ ਮੈਨੇਜਰ ਸੀ ਮੇਰਾ, ਉਹ ਮੈਨੂੰ ਆਪਣੇ ਬੱਚਿਆਂ ਵਾਂਗ ਰੱਖਦਾ ਸੀਗਾ। ਤੇ ਉਹਨੇ ਚਲੋ 2-3 ਗੱਲਾਂ ਮੈਨੂੰ ਜ਼ਿੰਦਗੀ ਦੀਆਂ ਸਿਖਾਈਆਂ ਕਿ ਜਿਹੜੀਆਂ ਮੇਰੀ ਜ਼ਿੰਦਗੀ ਬਹੁਤ ਕੰਮ ਆਈਆਂ, ਹੁਣ ਤੱਕ ਕੰਮ ਆ ਰਹੀਆਂ। ਔਰ ਬਹੁਤ ਪਾਏਦਾਰ ਗੱਲਾਂ, ਜਦੋਂ ਕਹਿੰਦੇ ਸਿਆਣੇ ਦਾ ਖਾਧਾ, ਸਿਆਣੇ ਦਾ ਕਿਹਾ ਤਾਂ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਲੱਗਦਾ। ਹੁਣ ਉਹਨਾਂ ਗੱਲਾਂ ਦਾ ਹੁਣ ਪਤਾ ਲੱਗਦਾ। ਤੇ ਚਲੋ ਜ਼ਿੰਦਗੀ ਚੱਲਦੀ ਰਹੀ। ਉੱਥੇ ਚਲ ਗਏ, ਮੁੜ ਕੇ ਫਿਰ 6 ਮਹੀਨੇ ਮੈਂ ਉਹਦੇ ਕੋਲ ਮੁੜ ਕੇ ਗਿਆ। ਕਹਿੰਦਾ ਹੁਣ ਤਾਂ ਹਜੇ ਹੈ ਨਹੀਂ ਤੇ ਤੂੰ ਕੰਮ ਕਦੇ ਉੱਧਰ ਦੇਖ ਲੈ, ਜਿੱਦਣ ਜੋਬ। ਮੈਂ ਕਿਹਾ ਕਰਨਾ ਇੱਥੇ ਹੀ ਹੈ, ਕਿਤੇ ਉੱਧਰ ਨਹੀਂ ਜਾਣਾ, ਇਸੇ ਸਟੇਸ਼ਨ ਤੇ ਕੰਮ ਕਰਨਾ। ਤੁਸੀਂ ਪੱਕੀ ਗੱਲ ਕਰਤੀ। ਹਾਂ ਮੈਂ ਉਹਨੂੰ ਲੈ ਲਿਆ। ਹਾਂ ਮੈਂ ਕਿਹਾ ਐਸੇ ਸਟੇਸ਼ਨ ਤੇ ਕੰਮ ਕਰਨਾ, ਮੈਂ ਉੱਧਰ ਕਿਤੇ ਕੰਮ ਨਹੀਂ ਕਰਨਾ। ਤੇ 6 ਮਹੀਨੇ ਮੈਂ ਬੇਕਰੀ 'ਚ ਕੰਮ ਕੀਤਾ, ਬ੍ਰੈਡਾਂ ਬਣਾਉਂਦੇ ਰਹੇ ਹਾਂ। ਉਹਦਾ ਫਿਰ ਫੋਨ ਆਇਆ ਮੈਨੇਜਰ ਦਾ ਵੀ ਤੇਰੀ ਜੋਬ ਹੈਗੀ ਹੈ ਤੇ ਮੁੜ ਕੇ ਆ ਜਾ। ਮੈਂ ਆਪਣਾ ਨੋਟਿਸ ਦਿੱਤਾ ਬੇਕਰੀ ਵਿੱਚ ਤੇ ਮੈਂ ਫਿਰ ਉੱਥੇ ਲੱਗ ਗਿਆ। ਉੱਥੇ ਫਿਰ ਮੈਂ 42 ਸਾਲ ਤਕਰੀਬਨ 42 ਸਾਲ ਮੈਂ ਰੇਲਵੇ 'ਚ ਕੰਮ ਕੀਤਾ। ਇੱਕ ਥਾਂ ਹੀ। ਫਿਰ 7ਵਾਂ ਸਾਲ ਹੈ, ਹੁਣ ਰਿਟਾਇਰ ਹੋ ਗਏ ਤੇ ਹੁਣ ਆਪਣੇ ਵਤਨ ਨੂੰ ਆਏ ਆ ਤੇ ਤੁਹਾਡੇ ਨਾਲ ਮੇਲ ਹੋਇਆ। ਹਾਂ ਅੱਛਾ, ਇੱਥੇ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ। ਜਦੋਂ ਤੁਹਾਡਾ ਵੇਲਾ ਸੀਗਾ ਉਦੋਂ ਅਸੀਂ ਇੱਕ ਚੀਜ਼ ਤਾਂ ਇਹ ਸੁਣਦੇ ਆਏ ਹਾਂ
ਕਿ ਉਸ ਜ਼ਮਾਨੇ ਦੇ ਵਿੱਚ ਜਿੰਨੇ ਵੀ ਸਾਡੇ ਇੱਥੋਂ ਪ੍ਰਵਾਸ ਕਰਕੇ ਬਾਹਰ ਜਾਂਦੇ ਸੀਗੇ, ਉੱਥੇ ਜਾ ਕੇ ਇੱਧਰ ਵਾਲੇ ਪੁੱਛਦੇ ਸੀ ਵੀ ਤੁਸੀਂ ਕੰਮ ਕੀ ਕਰਦੇ ਹੋ, ਉਹ ਆਪਣਾ ਕੰਮ ਲੁਕੋ ਲੈਂਦੇ ਸੀ। ਤੁਹਾਨੂੰ ਕਦੇ ਸੰਕੋਚ ਨਹੀਂ ਹੋਇਆ ਇਸ ਗੱਲ 'ਚ ਦੱਸਣ ਦੇ ਵਿੱਚ ਵੀ ਮੈਂ ਕੀ ਕਰਨਾ? ਮੈਨੂੰ ਇਹ ਕਿਉਂਕਿ ਮੈਨੂੰ ਇਕੱਲੇ ਸਾਡੇ ਜਿਹੜਾ ਮੈਨੇਜਰ ਸੀ ਉਹਦੀ ਨਹੀਂ, ਹੋਰ ਬੰਦੇ ਵੀ ਜਿਹੜੇ ਨਾ ਮੇਰੇ ਨਾਲ ਕੰਮ ਕਰਦੇ ਸੀਗੇ ਕਿ ਕੰਮ ਕਦੇ ਵੀ ਕੋਈ ਮਾੜਾ ਨਹੀਂ ਜੀ। ਜੇ ਤੁਹਾਨੂੰ ਕਿਤੇ ਝਾੜੂ ਫੇਰਨਾ ਵੀ ਪੈ ਜਾਵੇ ਨਾ, ਉਹ ਵੀ ਫੇਰੋ ਜੀ। ਜੇ ਕਿਤੇ ਤੁਹਾਨੂੰ ਕੂੜਾ ਚੱਕਣਾ ਪੈ ਜਾਵੇ, ਉਹ ਵੀ ਚੱਕੋ, ਕਿਉਂਕਿ ਉਹ ਤੁਹਾਡੇ ਇੱਕ ਰੋਟੀ ਰੋਜੀ ਹੈ। ਕੰਮ ਕੋਈ ਵੀ ਮਾੜਾ ਨਹੀਂ। ਹਾਂ, ਸਾਡੇ ਲੋਕ ਇਹ ਚੀਜ਼ ਨੂੰ ਇੱਕ ਘਿਰਨਾ ਨਾਲ ਦੇਖਦੇ ਆ, ਕਈ ਆਪਣੇ ਮੁਲਕ ਵਿੱਚ ਇਹਨਾਂ ਚੀਜ਼ਾਂ ਨੂੰ ਘਿਰਨਾ ਨਾਲ ਦੇਖਦੇ, ਨਹੀਂ ਹੋਣਾ ਨਹੀਂ ਚਾਹੀਦਾ। ਉੱਥੇ ਹੈ ਨਹੀਂ। ਅੱਛਾ, ਬਿਲਕੁਲ। ਉੱਥੇ ਕੋਈ ਸਫਾਈ ਕਰਮਚਾਰੀ ਹੈ ਤੇ ਉਹਨੂੰ ਉਸ ਤਰ੍ਹਾਂ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ, ਹੈ ਹੀ ਨਹੀਂ ਜੀ ਜੀ। ਠੀਕ ਹੈ, ਬਿਲਕੁਲ ਇਹ ਚੀਜ਼ ਨਹੀਂ ਹੈਗੀ। ਜੇ ਹੁਣ ਤੁਸੀਂ ਕੰਮ ਕਰਦੇ ਆ, ਮੈਂ ਚਾਹੇ ਸੜਕਾਂ ਤੇ ਸਾਫ਼ ਕਰਦਾ, ਝਾੜੂ ਫੇਰਦਾ, ਉਹਦੀ ਵੀ ਉਨੀ ਇੱਜ਼ਤ ਹੈ। ਜਿਹੜਾ ਬੰਦਾ ਕੁਰਸੀ ਤੇ ਬੈਠਾ ਉਹਦੀ ਵੀ ਉਨੀ ਇੱਜ਼ਤ ਹੈ। ਇਹ ਉੱਥੇ ਦੀ ਇੱਕ ਬਹੁਤ ਬੜੀ ਵਿਲੱਖਣਤਾ ਉਹਨਾਂ ਲੋਕਾਂ ਦੀ, ਕਿ ਤੁਹਾਨੂੰ ਕਦੇ ਨੀਵਾਂ ਨਹੀਂ ਦੇਖਦੇ। ਤੂੰ ਝਾੜੂ ਫੇਰਦਾ, ਤੂੰ ਆਪਣੇ ਟੋਟਾ ਸਾਫ਼ ਕਰਦਾ, ਤੂੰ ਆਪ ਪੇਂਟ ਕਰਦਾ ਹੈਗਾ ਜਾਂ ਲੱਕੜੀ ਦਾ, ਉਹ ਕਦੇ ਇਸ ਚੀਜ਼ ਤਾਂ ਨਹੀਂ ਦੇਖਦੇ। ਜਿਹੜਾ ਲੇਬਰ ਵਾਲਾ ਕੰਮ, ਉਹਦੇ ਨਾਲ ਕੋਈ ਨਫ਼ਰਤ ਨਹੀਂ ਹੈਗੀ। ਫਿਰ ਉਹ ਮਾਣ ਆ ਉਹਨਾਂ ਨੂੰ ਕਿ ਅਸੀਂ ਆਹ ਕੰਮ ਕਰਦੇ, ਇਹ ਸਾਡੀ ਰੋਟੀ ਰੋਜੀ ਹੈ। ਤੇ ਇੱਕ ਗੱਲ ਹੋਰ ਵੀ ਆਉਂਦੀ, ਹੁਣ ਅਸੀਂ ਦੇਖਿਆ ਆ ਪਿਛਲੇ 35 ਕੁ ਸਾਲ, 30 ਕੁ ਸਾਲ ਜਾਂ 20 ਕੁ ਸਾਲ ਲਾ ਲਓ, ਉਦੋਂ ਦੇ ਲਗਾਤਾਰ ਅਸੀਂ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਸੁਣਦੇ ਆਏ ਆ, ਡੌਂਕੀ ਲਾ ਕੇ ਬਾਹਰ ਜਾਂਦੇ ਆ, ਆਪਣੇ ਸਮੁੰਦਰ ਰਸਤੇ, ਜਿਵੇਂ ਉਹ ਮਾਲਟਾ ਕਾਂਡ ਸਾਡੇ ਸਾਹਮਣੇ ਹੋਇਆ, ਫਿਰ ਆ ਵੀਅਤਨਾਮ ਵਾਲੇ ਦੇ ਵਿੱਚ ਜਾਂਦੇ ਆ, ਫਿਰ ਅਸੀਂ ਦੇਖਿਆ ਅਮਰੀਕਾ ਦੇ ਬਾਰਡਰ, ਜਿਹੜਾ ਹੁਣ ਉਹਨੂੰ ਟਰੰਪ ਬਾਰਡਰ ਕਿਹਾ ਜਾਂਦਾ, ਉੱਥੇ ਕਿੰਨੇ ਲੋਕ ਨਜਾਇਜ਼ ਤਰੀਕੇ ਜਾਂਦੇ ਆ। ਕਿ ਉਸ ਵੇਲੇ ਵੀ ਇਦਾਂ ਦਾ ਕੋਈ ਚੈਲੰਜ ਸੀਗਾ ਵੀ ਲੋਕ ਬਾਹਰ ਜਾਂਦੇ ਸੀ ਤੇ ਉਹ ਇਹੋ ਜਿਹੇ ਨਜਾਇਜ਼ ਤਰੀਕੇ ਬਣਾਉਂਦੇ ਸੀ? ਕਿਉਂ ਮੈਂ ਤੁਹਾਨੂੰ ਦੱਸਿਆ, ਸਾਡੇ ਪਿਤਾ ਜੀ ਨਾ 58 ਵਿੱਚ ਉਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਅੱਛਾ ਜੀ, 58 ਵਿੱਚ ਡੌਂਕੀ, ਜਿਹਨੂੰ ਹੁਣ ਤੁਸੀਂ ਕਹਿੰਦੇ ਡੌਂਕੀ ਲਾਉਂਦੇ ਹੈਗੇ, ਸਾਡੀ ਹੁਣ ਕਹਿੰਦੇ ਫੌਜੀ ਹੈ। ਜਿਹੜੇ ਗੈਰ ਕਾਨੂੰਨੀ ਤੌਰ ਤੇ ਗਏ ਨਾ, ਉਹਨਾਂ ਨੂੰ ਫੌਜੀ ਕਹਿੰਦੇ ਹੈਗੇ। ਹਾਲਾਂਕਿ ਨਹੀਂ ਚਾਹੀਦਾ, ਕਿਉਂਕਿ ਬਹੁਤ ਲੋਕ ਪਹਿਲੇ ਸਮਿਆਂ ਵਿੱਚ ਵੀ ਇੱਦਾਂ ਗਏ ਹੈ। ਉਹ ਜਾ ਕੇ ਉੱਥੇ ਨੇ ਜਿਹੜਾ ਉਹਨਾਂ ਨੇ ਕੰਮ ਕੀਤੇ, ਇੰਨੇ ਗੰਦੇ ਕੰਮ ਕੀਤੇ ਨਾ ਫਾਊਂਡਰੀਆਂ ਦੇ ਵਿੱਚ, ਖਾਸ ਕਰ ਜਿਹੜੀਆਂ ਮਿਡਲੈਂਡ ਦੀਆਂ 12ਵੀਂ ਕੰਮ ਦੀਆਂ ਫਾਊਂਡਰੀਆਂ ਸੀ ਨਾ, ਉਹਨਾਂ ਵਿੱਚ ਬਹੁਤ ਗੰਦੇ ਕੰਮ ਸੀ, ਉਹ ਸਾਡੇ ਲੋਕਾਂ ਨੇ ਕੀਤੇ ਹੈਗੇ। ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਿਹੜੇ ਹਾਲਾਤਾਂ ਵਿੱਚੋਂ ਲੰਘੇ ਉਸ ਟਾਈਮ ਤੇ। ਨਹੀਂ, ਮੈਂ ਸੁਣਿਆ ਸੀ ਇੰਗਲੈਂਡ ਦੇ ਵਿੱਚ ਭੱਠੇ ਬੜੇ ਉਹ ਸੀ ਉਸ ਜ਼ਮਾਨੇ 'ਚ, ਤੇ ਭੱਠਿਆਂ 'ਚ ਉੱਥੇ ਕੰਮ ਬਹੁਤ ਕੀਤਾ। ਭੱਠਿਆਂ ਤੇ ਲੋਕਾਂ ਨੇ ਕੰਮ ਕੀਤਾ, ਇੱਟਾਂ ਪੱਥਦੇ ਰਹੇ। ਹੁਣ ਇੱਥੇ ਤੋਂ ਇਹ ਤਾਂ ਇੱਟਾਂ ਪੱਥਦਾ, ਪਰ ਉਹਨਾਂ ਦੀ ਤਨਖਾਹ ਬਹੁਤ ਸੀਗੀ। ਜੀ। ਇਹ ਨਹੀਂ ਕਿ ਤੁਹਾਨੂੰ ਜਿੱਦਾਂ ਹੁਣ ਇੱਥੇ ਤਾਂ ਅਸੀਂ ਸੋਚਦੇ ਜਾਂ ਇੱਟਾਂ ਪਾ ਦੇ, ਇਹਨਾਂ ਨੂੰ ਥੋੜ੍ਹੀ ਜਿਹੀ ਰੁਜ਼ਗਾਰ ਦੇ ਕੇ, ਥੋੜ੍ਹੇ ਪੈਸੇ ਦੇ ਕੇ ਇਹਨਾਂ ਦੇ ਕੰਮ ਕਰਾਓ। ਪਰ ਉੱਥੇ ਸਾਡੇ ਲੋਕਾਂ ਨਾਲ ਵਿਤਕਰਾ ਹੋਇਆ ਇਹ ਵੀ, ਜਿਹੜਾ ਜੇ ਤੁਸੀਂ ਉਹ ਕੰਮ ਕਰਦੇ ਅੰਗਰੇਜ਼ ਹੈ ਤਾਂ ਤੁਹਾਨੂੰ ਤਨਖਾਹ ਜ਼ਿਆਦਾ ਸੀ। ਜਿਹੜੇ ਕਾਲੇ, ਜਿਹੜੇ ਆਪਣੇ ਅਫਰੀਕਨ ਲੋਕ ਉਹਨਾਂ ਨੂੰ ਵੀ, ਤੇ ਸਾਡੇ ਜਿਹੜੇ ਪੰਜਾਬੀ ਪ੍ਰਵਾਸੀ ਸੀ, ਉਹਨਾਂ ਨਾਲ ਇਹ ਵਿਤਕਰੇ ਹੋਏ ਹੈ। ਹਾਂਜੀ। ਹੁਣ ਫਿਰ ਲੋਕਾਂ ਨੇ ਮੇਰਾ ਖਿਆਲ ਆਪਣੇ ਯੂਨੀਅਨ ਬਣਾ ਲਈਆਂ। ਫਿਰ ਇਹ ਜਿਹੜੀ ਕਾਨੂੰਨ ਫਿਰ ਉੱਤੇ ਬਾਅਦ ਵਿੱਚ ਬਣਿਆ ਕਿ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ। ਇਸ ਰੰਗ ਦੇ ਤੌਰ ਉੱਤੇ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ। 1950 ਤੋਂ ਪਹਿਲਾਂ ਤਾਂ ਬਹੁਤ ਸਾਰਾ ਕੁਝ ਇਹੋ ਜਿਹਾ ਹੋਇਆ, ਪਰ ਉਸ ਤੋਂ ਬਾਅਦ ਫਿਰ ਫਰਕ ਪਿਆ। ਇਹ ਮੇਰੇ ਖਿਆਲ 1965 ਜਾਂ 70 ਦੇ ਦਹਾਕੇ ਵਿੱਚ ਕਾਨੂੰਨ ਨੇ ਬਣਾਤਾ ਉਹਨਾਂ ਨੇ, ਅੰਗਰੇਜ਼ਾਂ ਨੇ, ਕਿ ਤੁਸੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ ਉਹਨਾਂ ਦੇ ਰੰਗ ਦੇ ਤੌਰ ਤੇ। ਪਰ ਕਰਦੇ, ਹੁਣ ਵੀ ਕਰਦੇ ਆ, ਇਹ ਨਹੀਂ ਹੈਗਾ ਕਿ ਨਹੀਂ ਕਰਦੇ, ਪਰ ਹੁਣ ਅੱਗੇ ਜਿੰਨਾ ਨਹੀਂ ਹੈਗਾ। ਹੁਣ ਤੁਹਾਡੀ ਜਿਹੜੀ ਦੁਕਾਨ ਜੋਬ ਹੈ ਨਾ, ਉਹਦੇ ਹਿਸਾਬ ਨਾਲ ਤੁਹਾਨੂੰ ਪੈਸੇ ਦਿੰਦੇ ਹੈਗੇ। ਜਿਹੜੇ ਹੁਣ ਤੁਸੀਂ ਕਹਿੰਦੇ ਡੌਂਕੀ ਲਾ ਕੇ ਗਏ ਹੈਗੇ, ਹੁਣ ਜਿਹੜੇ ਸਾਡੇ ਲੋਕਾਂ ਨੇ ਬਹੁਤ ਬੜੇ ਕਾਰੋਬਾਰ ਖੋਲ੍ਹ ਰਹੇ ਹੈਗੇ, ਉਹ ਉਹਨਾਂ ਨੂੰ ਤਨਖਾਹ ਨਹੀਂ ਉਨੀ ਦਿੰਦੇ ਜਿੰਨੀ ਕਿ ਦੇਣੀ ਚਾਹੀਦੀ ਬਣਦੀ, ਉਹ ਨਹੀਂ ਦਿੰਦੇ ਹੈਗੇ। ਤੇ ਅੱਜ ਤੇ ਇੰਗਲੈਂਡ ਦੇ ਵਿੱਚ ਜਿਹੜਾ ਹੁਣ ਤੁਸੀਂ ਇੰਨੇ ਵਰ੍ਹਿਆਂ ਦੇ ਸਫ਼ਰ ਦੇ ਵਿੱਚ ਉੱਥੇ ਕਾਫੀ ਬਦਲਾਅ ਦੇਖਿਆ, ਖਾਸ ਤੌਰ ਤੇ ਜਿਹੜੇ ਸਾਡੇ ਭਾਰਤੀ ਲੋਕ ਉੱਥੇ ਗਏ ਜਾਂ ਪੰਜਾਬੀ ਲੋਕ ਗਏ, ਹੁਣ ਕੀ ਅਹਿਸਾਸ ਹੁੰਦਾ ਉਹਨਾਂ ਦਾ? ਹੁਣ ਜਿਵੇਂ ਇੰਨਾ ਵੱਡਾ ਹੁਣ ਉੱਥੇ ਇੱਕ ਇਕੱਠ ਹੀ ਹੋ ਗਿਆ, ਉੱਥੇ ਵਸੇਬਾ ਹੋ ਗਿਆ, ਉਹਨਾਂ ਦੇ ਕਾਰੋਬਾਰ ਜਾਂ ਉੱਥੇ ਜਿਹੜੀ ਉਜਰਤ ਵਾਸਤੇ ਉਹ ਕੰਮ ਕਰਦੇ ਪਏ ਹੈਗੇ ਆ, ਹੁਣ ਕੀ ਪਹਿਲਾਂ ਨਾਲੋਂ ਕੀ ਫਰਕ ਮਹਿਸੂਸ ਕਰਦੇ ਹੋ? ਭਾਵੇਂ ਅਸੀਂ ਬਾਹਰ ਵੀ ਚਲ ਗਏ ਹੈਗੇ, ਕਿਉਂਕਿ ਸਹੂਲਤਾਂ ਬਹੁਤ ਜ਼ਿਆਦਾ ਹੈਗੀਆਂ, ਉਹਨਾਂ ਦਾ ਰਹਿਣ ਸਹਿਣ ਸਾਰਾ ਕੁਝ ਬਦਲਿਆ ਆ। ਹੁਣ ਮੇਰੇ ਖਿਆਲ ਚੌਥੀ ਪੀੜ੍ਹੀ ਹੈ, ਮੇਰੇ ਪਿਤਾ ਜੀ, ਮੈਂ ਤੇ ਮੇਰੇ ਗਾਹਾਂ ਬੱਚੇ, ਮੇਰੇ ਗਾਹਾਂ ਬੱਚਿਆਂ ਦੇ ਬੱਚੇ, ਚੌਥੀ ਪੀੜ੍ਹੀ ਹੈ। ਤੇ ਜਿਹੜਾ ਬਦਲਾਅ ਹੈਗਾ, ਪਹਿਲਾਂ ਅਸੀਂ ਘਰਾਂ ਵਿੱਚ ਇੱਕ ਘਰ, ਜਿੱਦਾਂ ਹੁਣ ਤੁਸੀਂ ਮਾਲਕ ਹੈ ਘਰ ਦੇ, ਇੱਕ ਘਰ ਦੇ ਵਿੱਚ 20
10 ਜਾਂ 15 ਬੰਦੇ ਰਹਿੰਦੇ ਸੀਗੇ ਜੀ। ਹੌਲੀ ਹੌਲੀ ਪਹਿਲੇ ਸਮਿਆਂ 'ਚ 1900 ਜਦ ਤੱਕ ਲੋਕਾਂ ਨੇ ਨਾ ਆਪਣੇ ਟੱਬਰ ਨਹੀਂ ਵਗਾਉਣੇ ਸ਼ੁਰੂ ਕੀਤੇ ਨਾ, ਉਦੋਂ ਤੱਕ ਲੋਕ ਇਕੱਠੇ ਰਹਿੰਦੇ ਸੀ ਸਾਰੇ। ਹਾਂਜੀ, ਇੱਕ ਇੱਕ ਘਰ ਦੇ ਵਿੱਚ ਨਾ ਉਹਨਾਂ ਨੂੰ ਲੱਗਦਾ ਇਕੱਠੇ ਰਹਿੰਦੇ ਵੀ ਸਾਡਾ ਫਾਇਦਾ, ਸਾਡੇ ਪੈਸੇ ਬਚਦੇ ਆ, ਰੈਂਟ ਦੇਣਾ ਬਸ ਠੀਕ ਹੈ। ਅੱਛਾ, ਉਹਦੇ ਬਾਅਦ ਹੌਲੀ ਹੌਲੀ ਉਹਨਾਂ ਨੇ ਆਪਣੇ ਘਰ ਲੈਣੇ ਸ਼ੁਰੂ ਕਰ ਦਿੱਤੇ। ਜਿੱਦਾਂ ਹੁਣ ਮੈਂ ਕਹਿੰਦਾ ਹੁਣ ਹਮੇਸ਼ਾ ਇਹ ਗੱਲ ਔਰ ਕਹਿੰਦਾ ਰਹਾਂਗਾ ਕਿ ਇੱਥੇ ਜਿੱਦਾਂ ਅਸੀਂ ਆਪਣੇ ਭਈਏ ਆਏ ਹੈ, ਅਸੀਂ ਭਈਏ ਬਾਹਰ ਗਏ ਹੋ, ਹਾਂ, ਅਸੀਂ ਇਹ ਚੀਜ਼ ਤੁਹਾਨੂੰ ਮੰਨਣੀ ਪਊਗੀ, ਕੋਈ ਸ਼ੱਕ, ਕਿਉਂਕਿ ਅਸੀਂ ਉੱਥੇ ਮਜ਼ਦੂਰੀ ਕਰਦੇ ਅਸੀਂ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ, ਆਪਣੇ ਭਵਿੱਖ ਜਿਹੜਾ ਹੈਗਾ ਸਾਡਾ ਉਹ ਵਧੀਆ ਬਣੇ। ਭਈਏ ਵੀ ਸਾਡੇ ਮੁਲਕ ਵਿੱਚ ਪੰਜਾਬ ਵਿੱਚ ਇੱਦਾਂ ਹੀ ਆਏ ਜਿੱਦਾਂ ਅਸੀਂ ਗਏ ਹੈਗੇ, ਪਰ ਅਸੀਂ ਲੋਕ ਭਈਆਂ ਦੇ ਨਾਲ ਵਿਤਕਰਾ ਕਰਦੇ ਹੈਗੇ। ਉਹਦਾ ਕਾਰਨ ਹੈਗਾ ਕਿ ਉਹਨਾਂ ਨੇ ਪੰਜਾਬ ਨੂੰ ਆਪਣਾ ਮੁਲਕ ਨਹੀਂ ਸਮਝਿਆ। ਬਿਲਕੁਲ, ਠੀਕ ਹੈ ਨਾ। ਤੇ ਇੱਥੇ ਮੈਂ ਥੋੜਾ ਜਿਹਾ ਪਿੰਡ ਵਾਲੇ ਪੱਖ 'ਚ ਆਉਣਾ ਵਾਪਸ। ਪਿੰਡ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿਹੜੇ ਜ਼ਿਲ੍ਹੇ 'ਚ ਤੁਹਾਡਾ ਪਿੰਡ ਪੈਂਦਾ, ਫਿਰ ਜਦੋਂ ਪਿੰਡ ਪਹਿਲਾਂ ਛੱਡ ਕੇ ਗਏ ਸੀ ਤੇ ਅੱਜ ਪਿੰਡ ਵਿੱਚ ਹੋਰ ਕਿੰਨੇ ਕੁ ਲੋਕ ਗਏ ਤੇ ਬਦਲਾਅ ਕੀ ਆਏ? ਜਦੋਂ ਅਸੀਂ ਸੀ ਨਾ ਸਾਰਾ ਪਿੰਡ ਭਰਿਆ ਸੀਗਾ। ਮੇਰਾ ਪਿੰਡ ਹੈਗਾ ਜਾਫਰਪੁਰ, ਅੱਛਾ ਜੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ, ਰਾਹੋਂ ਸੜਕ ਦੇ ਉੱਤੇ ਹੈ ਜੀ। ਅੱਛਾ, ਜਦੋਂ ਅਸੀਂ ਗਏ ਨਾ ਪਿੰਡ ਵਿੱਚ ਜਿਹੜੀ ਇੱਕ ਦੂਏ ਦੇ ਕੋਲ ਬੈਠਣਾ, ਇੱਕ ਦੂਏ ਦੀਆਂ ਨੇੜ ਤੇ ਸਾਡੀ ਜਿਹੜੀਆਂ ਇਹ ਭਰਾਤੀਚਾਰਾ ਭਾਈਚਾਰਾ ਸੀਗਾ ਨਾ, ਬਹੁਤ ਇੱਕ ਦੂਜੇ ਦੇ ਨੇੜੇ ਸੀਗਾ ਪਹਿਲਾਂ ਇੱਕ ਦੂਜੇ ਦੀਆਂ ਸਾਨੂੰ ਲੋੜਾਂ ਸੀ, ਇੱਕ ਦੂਜੇ ਕੋਲ ਗਰਜਾਂ ਸੀਗੀਆਂ। ਅੱਜ ਜਦੋਂ ਹੁਣ ਮੇਰੇ ਖਿਆਲ ਪਹਿਲਾਂ ਵੀ ਇੰਨਾ ਨਹੀਂ ਸੀ ਹੈਗਾ ਜਿੰਨਾ ਆ 10-15 ਸਾਲਾਂ 'ਚ ਬਦਲਾਅ ਆਇਆ। ਕਿਸੇ ਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈਗੀ, ਆਪਣੇ ਆਪਣੇ ਘਰ ਤੋਂ ਕੁੰਡੇ ਮਾਰ ਕੇ ਬਹਿ ਜਾ, 5-6 ਵਜੇ ਸਾਰੇ ਜਿੰਦੇ ਹੁੰਦੇ। ਪਿੰਡ ਵਿੱਚ ਕੋਈ ਵੀ ਹੁੰਦਾ ਨਹੀਂ ਤੁਹਾਨੂੰ ਫਿਰਨੀਆਂ ਉੱਤੇ ਪੈਸਿਆਂ ਉੱਤੇ ਤੁਹਾਨੂੰ ਕੋਈ ਇਨਸਾਨ ਨਜ਼ਰ ਨਹੀਂ ਆਊਗਾ। ਸੀਰੀ ਆਣਗੇ ਜਿਹੜੇ ਆਪਣੇ ਭਈਏ ਨਾ, ਇਹੀ ਫਿਰਦੇ ਹੁੰਦੇ ਹੈਗਾ। ਇਹ ਵੀ ਰਾਤ ਨੂੰ ਆਉਂਦੇ ਆ ਆਪਣੇ ਕੰਮਾਂ ਕਾਰਾਂ ਤੋਂ। ਤੇ ਜਿਹੜਾ ਹੁਣ ਤੋਂ ਜਿਹੜੀ ਕੀਤੀ ਗੱਲ ਕਿ ਅਸੀਂ ਬਦਲਾਅ ਕੀ ਆਇਆ ਕਿ ਪਿੰਡਾਂ ਵਿੱਚ ਪਹਿਲੀ ਤਾਂ ਗੱਲ ਹੁਣ ਤੁਹਾਨੂੰ ਆਪਣੇ ਜਿਹੜੇ ਪੰਜਾਬੀ ਲੋਕ ਹੈ ਨਾ, ਜੇ ਮੇਰਾ ਪਿੰਡ ਹੈ ਨਾ ਉਹਦੇ ਵਿੱਚੋਂ ਇਹੋ ਜਿਹੇ 20-25 ਘਰ ਹੈ ਜਿਨ੍ਹਾਂ ਦੇ ਜਿੰਦੇ ਲੱਗੇ ਹੋਏ ਜੀ, ਔਰ ਜਿਨ੍ਹਾਂ ਵਿੱਚ ਭਈਏ ਬੈਠੇ ਹੈ, ਉਹ ਘਰ ਦੀ ਦੇਖਭਾਲ ਕਰਦੇ ਹੈਗੇ ਆ, ਜਿੰਦੇ ਲੱਗੇ ਹੋਏ। ਅੱਛਾ, ਪਿੰਡ ਦੇ ਵਿੱਚ ਨੌਜਵਾਨ ਬਹੁਤ ਘੱਟ ਰਹਿ ਗਏ, ਬਜ਼ੁਰਗ ਰੱਬ ਨੂੰ ਪਿਆਰੇ ਹੋ ਗਏ। ਹੁਣ ਜਿਹੜੇ ਬਚ ਗਏ ਉਹ ਬਜ਼ੁਰਗ ਹੈ, ਕੱਲੇ ਬਜ਼ੁਰਗ ਹੈ, 2-2 ਹੈਗੇ ਹੈ, ਕੁਛ ਇੱਕ ਆਪਣੇ ਬੱਚਾ ਹੈਗਾ ਜੀ। ਸਾਡੀ ਤਰਾਸਦੀ ਕਮਲੀਤ ਇਹ ਵੀ ਨਾਲ ਹੈਗੀ ਨਾ ਕਿ ਪਹਿਲਾਂ ਸਾਡੇ ਆਪਣੇ ਘਰਾਂ ਵਿੱਚ ਨਾ ਹਰ ਪਰਿਵਾਰ ਦੇ ਵਿੱਚ 2-2 4-4 ਬੱਚੇ ਹੁੰਦੇ ਸੀ। ਅੱਜ ਹਰ ਪਰਿਵਾਰ ਦੀ ਜੀ ਦੇ ਵਿੱਚ ਨਾ 2 ਬੱਚੇ ਹੈ, 2 ਜੇ ਇੱਕ ਮੁੰਡਾ ਹੋ ਗਿਆ ਨਾ ਗਾਹਾਂ ਸਟਾਪ ਅਗਲਾ ਬੱਚਾ ਨਹੀਂ ਲੈਂਦੇ। ਇਹ ਵੀ ਇੱਕ ਸਾਡੀ ਵੱਡੀ ਤਰਾਸਦੀ ਹੈ ਕਿ ਸਾਡੀ ਨਫ਼ਰਤ ਦੀ ਪੰਜਾਬ ਦੇ ਵਿੱਚੋਂ ਘਟਦੀ ਜਾ ਰਹੀ ਹੈ। ਪੰਜਾਬੀਆਂ ਦੀ ਜਿਹੜੀ ਨਫ਼ਰਤ ਹੈਗੀ ਨਾ ਉਹ ਘਟ ਰਹੀ ਹੈਗੀ ਹੈ। ਇਸ ਦਾ ਸਾਨੂੰ ਬਹੁਤ ਬੜਾ ਭੁਗਤਾਨ ਅੱਗੇ ਜਾ ਕੇ ਨਾ ਸਾਨੂੰ ਨਤੀਜਾ ਭੁਗਤਣਾ ਪਵੇਗਾ, ਕਿਉਂਕਿ ਅਸੀਂ ਗਿਣਤੀ ਵਿੱਚ ਘੱਟ ਹੋਣਾ ਤੇ ਬਿਹਾਰੀ ਜ਼ਿਆਦਾ ਹੋਣੇ ਹੈ। ਔਰ ਮੈਨੂੰ ਤਾਂ ਇੱਥੇ ਤੱਕ ਵੀ ਮੈਂ ਕਹਿਣਾ ਹੈਗਾ ਕਿ ਇੱਕ ਦਿਨ ਪੰਜਾਬ ਦਾ ਮੁੱਖ ਮੰਤਰੀ ਵੀ ਭਈਆ ਹੋਊਗਾ। ਬਿਲਕੁਲ, ਇਹ ਸਮਾਂ ਆਉਣਾ ਹੈ, ਨਸਲਾਂ ਵੀ ਬਦਲਣਗੀਆਂ, ਨਸਲਾਂ ਬਦਲ ਜ਼ਾਹਿਰ ਹੈ। ਜੇ ਇਹੀ ਕੁਝ ਹਾਲਾਤ ਰਹੇ ਤਾਂ ਇਹ ਹੋਣਾ ਹੀ ਹੈ। ਤੇ ਇੱਥੇ ਇੱਕ ਗੱਲ ਹੋਰ ਵੀ ਆਉਂਦੀ ਹੈ, ਹੁਣ ਜਦੋਂ ਤੁਸੀਂ ਬਾਹਰ ਰਹਿ ਗਏ, ਅਗਲੀਆਂ ਪੀੜ੍ਹੀਆਂ, ਤੁਸੀਂ ਕਿਹਾ ਵੀ ਸਾਡੀ ਚੌਥੀ ਪੀੜ੍ਹੀ ਹੋ ਗਈ, ਤਾਂ ਕਦੇ ਮਹਿਸੂਸ ਨਹੀਂ ਹੋਈ ਇਹ ਗੱਲ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ? ਉੱਥੇ ਰਹਿ ਕੇ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਕਿ ਜਾਂ ਫਿਰ ਤੁਹਾਡੀ ਜਿਹੜੀ ਉੱਧਰ ਪੀੜ੍ਹੀ ਨੌਜਵਾਨ, ਤੁਹਾਡੇ ਜਿਹੜੇ ਬੱਚੇ ਆ ਜਾਂ ਪੋਤੇ ਪੈਦਾ ਹੋਏ ਆ, ਜੇ ਹੁਣ ਤੁਸੀਂ ਉਹਨਾਂ ਨੂੰ ਜੜ੍ਹਾਂ ਦੀ ਗੱਲ ਪੰਜਾਬ ਦੇ ਪੱਖ ਤੋਂ ਸੁਣਾਓਗੇ, ਉਹ ਕੀ ਸੋਚਦੇ? ਉਹਨਾਂ ਦੀ ਤਾਂ ਕੋਈ ਜੜ ਨਹੀਂ ਰਹੀ, ਜੜ ਤਾਂ ਤੁਹਾਡੀ ਸੀ ਸਾਡੀ। ਬਿਲਕੁਲ, ਕੀ ਕਹਿੰਦੇ ਉਹ? ਅਸੀਂ ਉਹਨਾਂ ਦੇ ਇੱਕ ਚੀਜ਼ ਅਸੀਂ ਹੈ, ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਸੀਗੇ। ਸਾਡੀ ਪੀੜ੍ਹੀ ਜਿਹੜੀ ਸੀ ਨਾ, ਕਿਉਂਕਿ ਸਾਡੇ ਮਾਂ-ਬਾਪ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਹੈਗੀ, ਸਾਨੂੰ ਆਉਂਦੀ ਸੀ ਪਰ ਅਸੀਂ ਪੰਜਾਬੀ ਵਿੱਚ ਗੱਲਬਾਤ ਕਰਦੇ ਸੀ। ਸਾਡੇ ਬੱਚੇ ਵੀ ਹੁਣ ਗਾਹਾਂ ਪੰਜਾਬੀ ਵਿੱਚ ਗੱਲਬਾਤ ਕਰਦੇ ਹੈਗੇ। ਪਰ ਜਿਹੜੇ ਹੁਣ ਸਾਡੀ ਜਿਹੜਾ ਮੇਰੇ ਪੋਤੇ ਪੋਤੀਆਂ ਹੈਗੇ ਜਾਂ ਦੋਹਤੇ ਹੈਗੇ ਨਾ, ਉਹ ਇੰਗਲਿਸ਼ ਵਿੱਚ ਗੱਲ ਕਰਦੇ ਹੈ, ਕਿਉਂਕਿ ਸਾਡੇ ਬੱਚੇ ਹੁਣ ਉੱਥੇ ਜੰਮੇ ਪੜ੍ਹੇ ਹੈਗੇ ਆ, ਉਹ ਉਹਨਾਂ ਨਾਲ ਇੰਗਲਿਸ਼ ਹੀ ਵਿੱਚ ਹੀ ਉਹਨਾਂ ਨੂੰ ਉਹ ਬਹੁਤ ਸੌਖਾ ਲੱਗਦਾ। ਸਾਡੇ ਬੱਚਿਆਂ ਨੂੰ ਇੰਨਾ ਨਹੀਂ ਔਖਾ ਲੱਗਦਾ, ਪਰ ਜਿਹੜੇ ਉਹਨਾਂ ਦੇ ਗਾਹਾਂ ਬੱਚੇ ਨਾ ਉਹਨਾਂ ਨੂੰ ਔਖਾ ਲੱਗਦਾ
ਪੰਜਾਬੀ ਵਿੱਚ ਗੱਲ ਕਰਨਾ। ਜੀ। ਪਰ ਅਸੀਂ ਜ਼ੋਰ ਦਿੰਦੇ, ਮੈਂ ਹਮੇਸ਼ਾ ਜ਼ੋਰ ਦਿੰਦਾ ਹੁੰਦਾ ਕਿ ਘਰ ਦੇ ਵਿੱਚ ਤੁਸੀਂ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰੋ, ਜੀ ਨਹੀਂ ਤੁਸੀਂ ਪੰਜਾਬੀ ਨਾਲ ਟੁੱਟ ਜਾਵਾਂਗੇ। ਮੇਰਾ ਇੱਕ ਸ਼ੇਰ ਹੈ ਜਲਾ ਵਤਨ ਜਿਹੜੀ ਕਵਿਤਾ ਨਾ, ਉਹ 'ਚ ਸ਼ੇਰ ਆਉਂਦਾ, ਮੈਂ ਚਾਹਵਾਂ ਮੇਰੇ ਧੀਆਂ ਪੁੱਤਰ, ਮੈਂ ਚਾਹਵਾਂ ਮੇਰੇ ਧੀਆਂ ਪੁੱਤਰ ਦੇਸ਼ ਮੇਰੇ ਨੂੰ ਚਾਹਵਣ, ਜੀ ਪਰ ਪੇਸ਼ ਕੋਈ ਨਾ ਜਾਵੇ ਇੱਥੇ ਹਰ ਕੋਈ ਆਪ ਮੁਹਾਰਾ, ਜੀ ਇੱਕ ਰੋਟੀ ਖਾਤਰ ਜਲਾ ਵਤਨ ਹੋਏ ਤੇ ਛੱਡਿਆ ਭਾਈਚਾਰਾ। ਅੱਛਾ, ਹੁਣ ਬੱਚੇ ਆਉਂਦੇ ਹੈ, ਉਹਨਾਂ ਨੇ ਤਾਂ ਸਾਰੀਆਂ ਸੁੱਖ ਸਹੂਲਤਾਂ ਹੈਗੀਆਂ, ਪਰ ਜਿਹੜਾ ਉੱਥੇ ਦੀ ਸੁੱਖ ਸਹੂਲਤਾਂ ਹੈਗੀਆਂ ਜਾਂ ਉੱਥੇ ਦਾ ਵਾਤਾਵਰਨ ਹੈਗਾ ਨਾ, ਉਹ ਉਹਨਾਂ ਦੇ ਅਨੁਕੂਲ ਨਹੀਂ ਹੈਗਾ। ਜੀ ਪਿੰਡਾਂ ਵਿੱਚ ਅਸੀਂ ਜ਼ਿੰਦਗੀ ਗੁਜ਼ਾਰ ਕੇ ਬਹੁਤ ਖੁਸ਼ ਹੈਗੇ ਹਾਂ। ਜੀ ਜੀ ਮੇਰਾ ਖਿਆਲ ਆ ਪੂਰਾ ਸਾਲ ਹੀ ਨਾ ਮੈਂ ਪੰਜਾਬ 'ਚ ਹੀ ਰਿਹਾ। ਮੇਰਾ ਖਿਆਲ ਫਰਵਰੀ ਤੋਂ ਲੈ ਕੇ ਇੱਕ ਮਹੀਨਾ ਗਿਆ, ਮੁੜ ਕੇ ਫਿਰ ਇੱਕ ਹਫ਼ਤੇ ਬਾਅਦ ਫਿਰ ਆ ਗਿਆ। ਯਾਨੀ ਬਾਕੀ ਤੱਕ ਸਾਰਾ ਸਾਲ ਮੈਂ ਪੰਜਾਬ 'ਚ ਰਿਹਾ, ਕਿ ਮੈਨੂੰ ਪੰਜਾਬ ਆਪਣੇ ਨਾਲ ਬਹੁਤ ਮੋਹ ਹੈ। ਮੈਂ ਆਪਣੇ ਇੱਕ ਕਵਿਤਾ ਹੈ ਕਿ ਮੈਨੂੰ ਹੁਣ ਇੰਨੀ ਯਾਦ ਨਹੀਂ ਰਹਿੰਦੀ, ਕਿਉਂਕਿ ਮੈਂ ਲਿਖ ਲੈਣਾ ਪਰ ਮੈਨੂੰ ਯਾਦ ਕੁਛ ਨਹੀਂ ਰਹਿੰਦਾ ਹੈਗਾ। ਮੈਂ ਪਰਤ ਜਾਵਾਂਗਾ ਆਪਣੇ ਮੁਲਕ ਨੂੰ, ਕਿ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਅੰਤਮ ਸਾਹ ਵੀ ਹੈ ਨਾ, ਉਹ ਵੀ ਮੇਰੀ ਮਿੱਟੀ ਵਿੱਚ ਨਿਕਲੇ। ਇਹ ਮੇਰੀ ਇੱਛਾ ਹੈ। ਜੀ ਜੀ ਹਾਂਜੀ ਬਿਲਕੁਲ। ਮਤਲਬ ਇਹ ਦੂਰ ਰਹਿ ਕੇ ਵੀ ਪੰਜਾਬ ਨਾਲੋਂ ਪੰਜਾਬੀ ਟੁੱਟੇ ਨਹੀਂ। ਬਿਲਕੁਲ, ਬਹੁਤੇ ਪੰਜਾਬੀ ਟੁੱਟੇ ਨਹੀਂ। ਮਤਲਬ ਇਹ ਆ ਵੀ ਜਿਹੜੀ ਨਵੀਂ ਪੀੜ੍ਹੀ ਉਹ ਜ਼ਰੂਰ ਬੋਲੀ ਪੱਖੋਂ ਟੁੱਟ ਰਹੀ ਹੈ, ਤੇ ਉਹਦੇ ਵੀ ਕਿਤੇ ਚਿੰਤਾ ਮਨ ਦੇ ਵਿੱਚ ਬਹੁਤ ਹੈਗੀ ਹੈ। ਕਿਉਂਕਿ ਜਦੋਂ ਤੁਸੀਂ ਬੋਲੀ ਨਾਲ ਟੁੱਟ ਜਾਓਗੇ ਨਾ, ਤੁਸੀਂ ਆਪਣੇ ਵਿਰਸੇ ਨਾਲ ਟੁੱਟੋਗੇ, ਆਪਣੇ ਵਿਰਸੇ ਨਾਲ ਟੁੱਟੋਗੇ, ਆਪਣੇ ਇਤਿਹਾਸ ਨਾਲ ਟੁੱਟੋਗੇ, ਆਪਣੇ ਇਤਿਹਾਸ ਨਾਲ ਟੁੱਟੋਗੇ, ਫਿਰ ਆਪਣੇ ਮੂਲ ਨਾਲ ਤੁਸੀਂ ਟੁੱਟ ਗਏ। ਆਪਣਾ ਜਿਹੜਾ ਗੁਰੂਆਂ ਦਾ ਸਿਧਾਂਤ ਹੈਗਾ, ਪੰਜਾਬ ਦਾ ਜਿਹੜਾ ਸਾਡਾ ਇੰਨਾ ਅਮੀਰ ਸੱਭਿਆਚਾਰ ਹੈਗਾ, ਉਹ ਨਾਲ ਟੁੱਟੋਗੇ। ਇਸ ਕਰਕੇ ਤੁਹਾਡੀਆਂ ਨਸਲਾਂ ਆਟੋਮੈਟਿਕਲੀ ਬਿਲਕੁਲ ਉਹਨਾਂ ਵਿੱਚ ਬਦਲਾਅ ਆਉਣਾ। ਅੱਛਾ, ਵੀਕਐਂਡ ਦੇ ਉੱਤੇ ਤੁਸੀਂ ਸਾਰੇ ਪੰਜਾਬੀ ਉੱਥੇ ਇਕੱਠੇ ਹੁੰਨੇ ਵੀ ਹੋ? ਕੋਈ ਦਿਨ ਤਾਂ ਹੁੰਦਾ ਚਾਹੇ ਗੁਰੂ ਘਰ ਇਕੱਠੇ ਹੋਵੋ ਜਾਂ ਕਿਸੇ ਪਾਰਕ ਦੇ ਵਿੱਚ ਇਕੱਠੇ ਹੋਵੋ। ਕਦੇ ਅੱਜ ਦੀ ਜੋ ਰਾਜਨੀਤੀ, ਜੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਇਹੋ ਜਿਹੇ ਹੋਏ ਪਏ ਆ, ਕਿ ਜਿਵੇਂ ਹੁਣ ਪਹਿਲੀਆਂ ਸਰਕਾਰਾਂ, ਚਾਹੇ ਅਸੀਂ ਇਸ ਨਵੀਂ ਸਰਕਾਰ ਤੋਂ ਹਟ ਕੇ ਪਹਿਲੀਆਂ ਸਰਕਾਰਾਂ ਦੀ ਗੱਲ ਕਰੀਏ, ਤੇ ਉਹ ਸਰਕਾਰਾਂ ਦੇ ਨਾਲੋਂ ਹੁਣ ਦੀ ਨਵੀਂ ਸਰਕਾਰ ਦੇ ਬਾਰੇ ਵਿੱਚ ਜੋ ਇਹ ਕੰਮ ਕਰ ਰਹੀ ਭਗਵੰਤ ਮਾਨ ਸਰਕਾਰ, ਤੁਹਾਨੂੰ ਹੁਣ ਕੀ ਮਹਿਸੂਸ ਹੁੰਦਾ? ਪਹਿਲਾਂ ਚੰਗਾ ਸੀ ਪੱਖ ਕਿ ਹੁਣ ਚੰਗਾ ਆ, ਜਾਂ ਫਿਰ ਜਿਹੜੀ ਰੂਲ ਐਂਡ ਰੈਗੂਲੇਸ਼ਨ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ, ਕਿ ਉਹਦੇ ਵਿੱਚ ਕੁਝ ਵਿਗਾੜ ਆਏ ਤੁਹਾਨੂੰ ਮਹਿਸੂਸ ਹੁੰਦੇ ਆ? ਜਾਂ ਫਿਰ ਜਿਸ ਤਰੀਕੇ ਨਾਲ ਗੈਂਗਸਟਰ ਔਰ ਨਸ਼ਿਆਂ ਦਾ ਕਲਚਰ ਇੱਥੇ ਵਧਿਆ, ਤਾਂ ਅੱਜ ਬਿਹਤਰ ਲੱਗਦਾ ਕਿ ਬਾਹਰ ਮੁਲਕ ਜ਼ਿਆਦਾ ਵਧੀਆ ਕਿ ਇਹ ਜ਼ਿਆਦਾ ਠੀਕ ਸੀਗਾ? ਕਮਲਜੀਤ, ਮੈਂ ਇੱਕ ਗੱਲ ਬੇਟੇ ਕਰਾਂਗਾ। ਸਰਕਾਰ ਚਾਹੇ ਕਈ ਲੋਕਾਂ ਨੂੰ ਸ਼ਾਇਦ ਇਹ ਗੱਲ ਚੁੱਭਣੀ ਵੀ ਹੋਗੀ ਕਿ ਉਹ ਸੱਚ ਹੈ। ਪੰਜਾਬ ਦੇ ਸਰਕਾਰ ਕਿਸੇ ਦੀ ਵੀ ਆ ਜਾਵੇ, ਜੀ ਜੀ, ਚਾਹੇ ਬਾਦਲ ਦੀ ਆ ਜਾਵੇ, ਚਾਹੇ ਕੈਪਟਨ ਦੀ ਆ ਜਾਵੇ, ਚਾਹੇ ਕੇਜਰੀਵਾਲ ਦੀ, ਭਗਵੰਤ ਮਾਨ ਦੀ ਆ ਜਾਵੇ, ਪੰਜਾਬ ਦੇ ਹਾਲਤ ਕਦੇ ਵੀ ਨਹੀਂ ਸੁਧਰਨਗੇ, ਵਿਗੜਨਗੇ ਹੀ ਜ਼ਿਆਦਾ। ਜੀ ਜੀ, ਠੀਕ ਹੈ ਨਾ। ਕਿਉਂਕਿ ਪੰਜਾਬ ਦੇ ਨਾਲ ਜੋ ਸਾਜ਼ਿਸ਼ ਖੇਡੀ ਜਾ ਰਹੀ ਹੈ, ਉਹ ਪੰਜਾਬੀਆਂ ਦੇ ਸਿਰਾਂ ਤੋਂ ਲੰਘਦੀ ਹੈ। ਬਹੁਤੇ ਜਿਹੜੀ ਡੂੰਘਾਈ ਹੈਗੀ ਨਾ, ਇੱਕ ਸਾਜ਼ਿਸ਼ ਜਿਹੜੀ ਹੁਣ ਆਪਾਂ ਗੱਲ ਤੁਸੀਂ ਪੰਜਾਬ ਦੀ ਕੀਤੀ ਹੈ, ਜਿਹੜੀਆਂ ਮੇਰੀ ਕਵਿਤਾ ਬੁੱਕਾਂ 2 ਤਾਂ 4 ਬੁੱਕਾਂ ਆ ਗਈਆਂ ਹੈਗੀਆਂ, ਜਿਹੜੀ ਅਵੇਸਲੇ ਪੰਜਾਬੀ ਜਾਂ ਵਤਨਾਂ ਵਾਲੇ ਬੇਵਤਨਾ, ਸਾਨੂੰ ਇੱਕ ਸਾਜ਼ਿਸ਼ ਤਹਿਤ ਪੰਜਾਬ ਨੂੰ ਉਜਾੜਿਆ ਜਾ ਰਿਹਾ। ਜੀ ਠੀਕ ਹੈ ਨਾ। ਸਰਕਾਰ ਕੋਈ ਵੀ ਆ ਜਾਵੇ, ਕਿ ਜਿਹੜਾ ਸਾਡਾ ਦੁਸ਼ਮਣ ਹੈ ਨਾ, ਉਹ ਇੰਨਾ ਛਾਤਰ ਹੈਗਾ, ਉਹਨੇ ਸਾਡਿਆਂ ਕੋਲੋਂ ਹੀ ਸਾਡੇ ਮਰਵਾਏ ਹੈ। ਇਹ ਤੁਹਾਨੂੰ ਮੰਨਣਾ ਪਊਗਾ। ਜੀ ਜੀ ਜੀ, ਚਾਹੇ ਸਰਕਾਰ ਚਾਹੇ ਕੋਈ ਆ ਜਾਵੇ, ਭਗਵੰਤ ਮਾਨ ਦੀ ਸਰਕਾਰ ਆ ਜਾਵੇ, ਭਗਵੰਤ ਮਾਨ ਸਰਕਾਰ ਨੇ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ, ਉਹਨਾਂ ਵੱਲ ਧਿਆਨ ਨਹੀਂ ਦੇਣਾ। ਜੀ ਜੀ, ਜਿਹੜੀਆਂ ਸਾਡੀਆਂ ਆਮ ਲੋਕਾਂ ਦੀਆਂ ਸਮੱਸਿਆ ਹੈਗੀਆਂ ਨਾ, ਉਹਨਾਂ ਨੂੰ ਉਹਨੇ ਹੈਂਡਲ ਕਰਨਾ, ਉਹਨਾਂ 'ਤੇ ਉਹਨੇ ਧਿਆਨ ਦੇਣਾ, ਤਾਂ ਕਿ ਉਹ ਲੋਕਾਂ ਦਾ ਦਿਲ ਜਿੱਤ ਸਕਣ ਅਗਲੀ ਸਰਕਾਰ ਬਣਾਉਣ ਲਈ। ਜੀ ਜੀ ਜੀ, ਸਾਡਾ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਆ ਨਾ, ਉਹਨਾਂ ਵੱਲ ਉਹਨਾਂ ਧਿਆਨ ਨਹੀਂ ਦੇਣਾ। ਹਾਂਜੀ। ਇਸ ਕਰਕੇ ਜੇ ਹੁਣ ਇੱਥੇ ਜਿਹੜਾ ਗੈਂਗਸਟਰ ਹੈਗਾ, ਇਹ ਪੈਦਾ ਕਿਹਨੇ ਕੀਤਾ? ਸਰਕਾਰਾਂ ਨੇ ਕੀਤਾ। ਉਹਦਾ ਕਾਰਨ ਹੈਗਾ ਕਿ ਨੌਜਵਾਨੀ ਵਿਹਲੀ ਹੈ। ਸਭ ਤੋਂ ਵੱਡੀ ਸਾਡੀ ਤਰਾਸਦੀ ਆਪਣੀ ਕਮਲਜੀਤ ਇਹ ਹੈ ਕਿ ਅਸੀਂ ਬਾਹਰਲੇ ਸੂਬਿਆਂ ਤੋਂ ਜਿਹੜੇ ਲੇਬਰ ਸੱਦ ਕੇ ਉਹਨਾਂ ਨੂੰ ਨੌਕਰੀ ਦਿੰਦੇ ਹਾਂ। ਜੀ ਬਿਲਕੁਲ। ਸਾਡੇ ਜਿਹੜੇ ਨੌਜਵਾਨ ਹੈ, ਉਹ ਇੱਥੇ ਵਿਹਲੇ ਫਿਰਦੇ ਹੈਗੇ, ਉਹਨਾਂ ਕੋਲ ਕੰਮ ਕੋਈ ਨਹੀਂ। ਜਾਂ ਤਾਂ ਉਹਨਾਂ ਦੀ ਇੱਕ ਹੋਟ ਲੱਗੀ, ਅਸੀਂ ਆਈਲੈਟ ਕਰਕੇ ਅਸੀਂ ਬਾਹਰ ਜਾਣਾ, ਇਹ ਦੌੜ ਹੈ ਪੰਜਾਬੀਆਂ ਦੀ। ਅੱਛਾ, ਜੇ ਹੁਣ ਉਹਨਾਂ ਨੂੰ ਇੱਥੇ ਭਾਵੇਂ ਛੋਟੀ ਨੌਕਰੀ ਹੋਏ ਜਾਂ ਕੋਈ ਨੌਕਰੀ ਲੱਗੇ ਹੋਣ, ਉਹਨਾਂ ਕੋਲ ਵਿਹਲਾ ਨਹੀਂ ਹੋਣਾ। ਉਹਨਾਂ ਦਾ ਜਿਹੜਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈਗਾ, ਉਹਨਾਂ ਕੋਲ ਇਹ ਹੋਣਾ ਨਹੀਂ ਹੈਗਾ, ਉਹ ਕੰਮ ਕਰਨਗੇ। ਹਾਂ, ਵੀ ਜਦੋਂ ਰੁਜ਼ਗਾਰ ਮਿਲ ਜੂਗਾ, ਬੇਰੁਜ਼ਗਾਰੀ ਦੂਰ ਹੋਊਗੀ ਉਹ ਕੰਮ। ਪਰ ਹੁਣ ਸਾਡੇ
ਇੱਕ ਬੂਟ ਪਾਲਿਸ਼ ਕਰਨ ਵਾਲੇ ਤੋਂ ਲੈ ਕੇ ਜੀ ਜੀ ਅੱਜ ਸਾਡਾ ਜਿਹੜਾ ਪੰਜਾਬ ਦਾ ਮੁਖੀ ਹੈਗਾ ਉਹ ਬਿਹਾਰੀ ਹੈ। ਜੀ ਸਾਡੇ ਲੋਕਾਂ ਨੂੰ ਨੌਕਰੀ ਨਹੀਂ ਦਿੰਦੇ, ਸਾਡੇ ਲੋਕ ਫਿਰ ਬਾਹਰ ਨੂੰ ਦੌੜਦੇ ਹੈਗੇ ਜੀ ਜੀ ਇੱਥੇ ਦੀ ਜਿਹੜੇ ਫਿੱਜਾ ਗੈਂਗਸਟਰ ਬਣਦੇ ਆ ਔਰ ਸਰਕਾਰਾਂ ਗੈਂਗਸਟਰ ਬਣਾਉਂਦੀਆਂ ਕਿ ਉਹਨਾਂ ਦੀ ਲੋੜ ਗੈਂਗਸਟਰਾਂ ਦੀ, ਉਹਨਾਂ ਨੇ ਵੋਟਾਂ ਲੈਣੀਆਂ। ਜੇ ਵੋਟ ਰਾਜ ਹੈ, ਜੇ ਤੁਸੀਂ ਕਹਿੰਦੇ ਇਹ ਲੋਕਤੰਤਰ ਹੈਗਾ, ਮੈਂ ਇਹਨੂੰ ਲੋਕਤੰਤਰ ਨਹੀਂ ਮੰਨਦਾ ਹੈਗਾ। ਮਤਲਬ ਪੰਜਾਬ ਨਾਲ ਤਾਂ ਸ਼ੁਰੂ ਤੋਂ ਹੀ ਕੇਂਦਰ ਦਾ ਧੱਕਾ ਹੁੰਦਾ ਹੈ, ਤੁਸੀਂ ਮਹਿਸੂਸ ਕਰਦੇ ਹੋ, ਤੇ ਇਸ ਕਰਕੇ ਵੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਵਿਗਾੜ ਆ ਉਹ ਪੈਦਾ ਹੋਏ ਆ, ਕਰਦੇ ਆ, ਜਾਣ ਬੁੱਝ ਕੇ ਕੀਤੇ ਜਾਂਦੇ ਹੈਗੇ। ਹਾਲਾਂਕਿ ਕੋਈ ਵੀ ਨਾ ਤਾਂ ਕੋਈ ਗੈਂਗਸਟਰ ਜੰਮਦਾ ਬਣਦਾ, ਉਹਨੂੰ ਹਾਲਾਤ ਮਜਬੂਰ ਕਰ ਦਿੰਦੇ ਆ। ਉੱਥੇ ਸਰਕਾਰਾਂ ਨੇ ਆਪ ਕ੍ਰੀਏਟ ਕਰਦੀਆਂ ਇਹ ਚੀਜ਼ਾਂ, ਚਾਹੇ ਕੋਈ ਮੰਨੇ ਜਾਣ ਹੈਗੇ। ਹੁਣ ਆਪਾਂ ਨਸ਼ੇ ਦੀ ਗੱਲ ਕਰਦੇ, ਜਿਹੜਾ ਨਸ਼ਾ ਬਾਹਰ ਵੀ ਲੋਕ ਨਸ਼ਾ ਕਰਦੇ ਆ, ਵੀਕਐਂਡ 'ਤੇ ਲੋਕ ਨਸ਼ਾ ਪੀਂਦੇ, ਸਾਰੇ ਪੀਂਦੇ, ਕੋਈ ਗੱਲ ਨਹੀਂ ਹੈਗੀ, ਪੀਓ। ਪਰ ਜਿਹੜਾ ਨਸ਼ਾ ਨਾ ਤੁਹਾਡੀ ਜ਼ਿੰਦਗੀ ਨਹੀਂ, ਤੁਹਾਡੀ ਨਸਲ ਕੁਸ਼ੀ ਕਰਨ ਲਈ ਪੰਜਾਬ ਵਿੱਚ ਲਿਆਂਦਾ ਗਿਆ। ਇਹ ਤੁਸੀਂ ਮੰਨੋ, ਚਿੱਟੇ ਵਰਗਾ, ਤੁਸੀਂ ਮੰਨੋ ਚਾਹੇ ਨਾ ਮੰਨੋ, ਇਹ ਸਾਡੇ ਪੰਜਾਬੀਆਂ ਦੀ ਬਹੁਤ ਵੱਡੀ ਤਰਾਸਦੀ ਹੈਗੀ ਹੈ। ਔਰ ਇਹਦੇ ਪਿੱਛੇ ਬਹੁਤ ਵੱਡੀ ਗੇਮ ਹੈ। ਗੇਮ ਕੌਣ ਖੇਡ ਰਿਹਾ ਇਹ ਸਾਨੂੰ ਪਛਾਣਨਾ ਪਊਗਾ। ਹੁਣ ਅਸੀਂ ਤਾਂ ਪਛਾਣਦੇ ਹਾਂ। ਜਿਹੜੀਆਂ ਲੁਕਵੀਆਂ ਤਾਕਤਾਂ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ, ਬਿਲਕੁਲ ਕਰਦੀਆਂ ਜੀ ਜੀ। ਇਹਨਾਂ ਨੂੰ ਕਿਉਂਕਿ ਅਨਪੜ੍ਹਤਾ ਨਹੀਂ, ਹੁਣ ਮੈਂ ਮੰਨਦਾ ਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਵੀ ਹੈਗਾ ਨਾ, ਉਹ ਵੀ ਉਸ ਚੀਜ਼ ਦਾ ਸ਼ਿਕਾਰ ਹੈ ਜੀ, ਠੀਕ ਹੈ ਨਾ। ਜੇ ਹੁਣ ਬਾਹਰ ਜਾ ਕੇ ਜਿੰਨੇ ਵੀ ਅਸੀਂ ਬਾਹਰ ਗਏ ਪ੍ਰਵਾਸੀ ਹੈਗੇ ਆ, ਜਿਹੜੇ ਹੁਣ ਵੀ ਨੌਜਵਾਨ ਜਾਂਦੇ, ਜਦ ਉੱਥੇ ਜਾਂਦੇ ਨਾ, ਉਹਨਾਂ ਦਾ ਰਵੱਈਆ ਬਦਲਦਾ ਜੀ। ਕਈਆਂ ਨੇ ਤਾਂ ਜਿਹੜੇ ਇੱਥੇ ਗੈਂਗਸਟਰ ਰਹਿ ਚੁੱਕੇ ਜਾਂ ਉਹਨਾਂ ਦੇ ਸਾਥੀ ਸੀਗੇ, ਉਹਨਾਂ ਨੇ ਉਹ ਆਪਣੇ ਜਿਹੜੇ ਚੀਜ਼ ਸੀ ਉੱਥੇ ਨਾਲੇ ਲੈ ਗਏ ਜੀ। ਇਹ ਸਾਡੇ ਪੰਜਾਬੀਆਂ ਨੇ ਇੱਕ ਨਾ ਬਹੁਤ ਬੜੀ ਤਰਾਸਦੀ ਵੀ ਕਹਾਂਗਾ ਕਿ ਅਸੀਂ ਆਪਣੇ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਵੀ ਆਪਣੇ ਨਾਲੇ ਲੈ ਗਏ। ਮਤਲਬ ਜਿਹੜੀਆਂ ਆਦਤਾਂ ਇੱਧਰ ਮਾੜੀ ਸੀ, ਅਸੀਂ ਉੱਥੇ ਗਏ ਆ, ਪਰ ਆਦਤਾਂ ਵੀ ਨਾਲ ਹੀ ਲੈ ਗਏ ਅਸੀਂ। ਤੇ ਕਿਸੇ ਨੂੰ ਜਿਹੜਾ ਬੰਦਾ ਕੋਈ ਚੰਗਾ ਕੰਮ ਕਰਦਾ ਨਾ, ਹੁਣ ਅੰਗਰੇਜ਼ਾਂ ਵਿੱਚ ਇੱਕ ਚੀਜ਼ ਹੈਗੀ, ਉਹ ਭਾਵੇਂ ਤੁਹਾਨੂੰ ਨਫ਼ਰਤ ਵੀ ਕਰਦੇ ਹੈ, ਮੈਂ ਸਾਰੇ ਅੰਗਰੇਜ਼ਾਂ ਦੀ ਗੱਲ ਨਹੀਂ ਕਰਦਾ, ਪਰ ਕੁਛ ਹੈਗੇ ਹੈ ਸਾਡੇ ਵਿੱਚ। ਅਸੀਂ ਲੋਕ ਉਹਨਾਂ ਦੇ ਨਾਲੋਂ ਜ਼ਿਆਦਾ ਨਫ਼ਰਤ ਅਸੀਂ ਕਰਦੇ ਹਾਂ। ਕਿ ਅਸੀਂ ਬਾਹਰ ਵੀ ਚਲ ਗਏ, ਉੱਥੇ ਅਸੀਂ ਮਿਲ ਜੁਲ ਕੇ ਵੀ ਰਹਿੰਦੇ ਹੈਗੇ ਆ, ਪਰ ਅਸੀਂ ਉਹਨਾਂ ਨੂੰ ਉਸ ਢੰਗ, ਜਿਹੜਾ ਦਾ ਜਾਤ ਪਾਤ ਦਾ ਮਸਲਾ ਹੈ, ਇਹ ਬਾਹਰ ਵੀ ਹੈਗਾ, ਉਹ ਵੀ ਅਸੀਂ ਨਾਲੇ ਲੈ ਗਏ, ਇੱਥੋਂ ਨਾਲੇ ਲੈ ਗਏ। ਹਾਲਾਂਕਿ ਜਿਹੜੇ ਵਿੱਚ ਇਹ ਚੀਜ਼ ਨਹੀਂ ਹੈਗੀ, ਮਤਲਬ ਹਜੇ ਵੀ ਜੱਟਵਾਦ, ਦਲਤਵਾਦ, ਇਹ ਸਾਰਾ ਕੁਝ ਉੱਥੇ ਹੈਗਾ, ਚੱਲਦਾ। ਜਿਹੜੇ ਹੁਣ ਸਾਡੇ ਕੁਛ ਟੈਲੀਵਿਜ਼ਨ ਆ ਗਏ, ਰੇਡੀਓ ਆਪਣੇ ਚੱਲ ਪਏ, ਉਹ ਹੋਰ ਇਸ ਨੂੰ ਬੜਾਵਾ ਦੇ ਰਹੇ ਹੈਗੇ, ਅੱਗ ਲਾ ਰਹੇ ਹੈ। ਮਤਲਬ ਉਹ ਕਹਿੰਦੇ ਵੀ ਆ ਸਾਡੇ ਭਾਈਚਾਰੇ ਦਾ, ਜਿਵੇਂ ਹੁਣ ਇੱਥੇ ਗੁਰਦੁਆਰੇ ਮੰਦਿਰ ਭਾਈਚਾਰਿਆਂ ਦੇ ਬਣ ਗਏ ਵੀ ਆ ਫਲਾਨੀ ਕੌਮ ਦਾ, ਫਲਾਨੀ ਕੌਮ ਦਾ, ਇਹੀ ਕੁਝ ਬਾਹਰ ਵੀ ਇਹੀ ਕੁਝ ਹੋ ਰਿਹਾ ਹੈਗਾ। ਹਾਲਾਂਕਿ ਸਾਨੂੰ ਕੁਝ ਸਿੱਖਣਾ ਚਾਹੀਦਾ, ਅਸੀਂ ਬਾਹਰ ਗਏ ਹਾਂ। ਸਾਡੇ ਗੁਰੂਆਂ ਨੇ, ਗੁਰੂ ਨਾਨਕ ਦੀ ਫਿਲਾਸਫੀ ਜਿਹੜੀ ਹੈਗੀ ਹੈ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਅੱਛਾ, ਗੁਰੂ ਨਾਨਕ ਦੀ ਫਿਲਾਸਫੀ ਤੇ 10 ਗੁਰੂਆਂ ਦੀ ਜਿਹੜੀ ਫਿਲਾਸਫੀ ਹੈ ਨਾ, ਗੁਰੂ ਨਾਨਕ ਨੇ ਉਸ ਚੀਜ਼ ਨੂੰ ਸ਼ੁਰੂਆਤ ਕੀਤਾ। ਗੁਰੂ ਨਾਨਕ ਵਰਗਾ ਇਨਕਲਾਬੀ ਯੋਧਾ, ਮੈਂ ਗੁਰੂ ਨਾਨਕ ਨੂੰ ਇਨਕਲਾਬੀ ਯੋਧਾ ਮੰਨਦਾ, ਉਹਨਾਂ ਵਰਗਾ ਯੋਧਾ ਕੋਈ ਦੁਨੀਆ 'ਚ ਹੋਇਆ ਨਹੀਂ, ਜਿਹਨੇ ਕਿਤੇ ਨਾ ਤੀਰ ਚੁੱਕਿਆ, ਨਾ ਤਲਵਾਰ ਚੁੱਕੀ, ਨਾ ਕੋਈ ਹਥਿਆਰ ਚੁੱਕਿਆ, ਔਰ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ। ਲੁਕਾਈ 'ਚ ਇਹੋ ਜਿਹਾ ਰਹਿਬਰ ਨਾ ਹੋਇਆ, ਨਾ ਹੋਣਾ। ਅੱਜ ਤੁਸੀਂ ਇੱਕ ਜਿਹੜਾ ਪੰਜਾਬ ਦੇ ਵਿੱਚ ਚਪੜਾਸੀ ਵੀ ਲੱਗਾ ਨਾ, ਤੁਸੀਂ ਉਹਨੂੰ ਵੀ ਕੁਝ ਨਹੀਂ ਕਹਿ ਸਕਦੇ, ਠੀਕ ਹੈ ਨਾ। ਇੱਕ ਬਾਬਰ ਨੂੰ ਜਾਬਰ ਕਹਿਣਾ ਤਾਂ ਬਹੁਤ ਬੜੀ ਦੂਰ ਦੀ ਗੱਲ ਹੈ। ਔਰ ਫਿਰ ਜਿਹੜਾ ਹੁਣ ਤੁਸੀਂ ਗੈਂਗਸਟਰ ਦੀ ਗੱਲ ਕੀਤੀ ਹੈਗੀ ਹੈ, ਉਹਨਾਂ ਨੂੰ ਫਿਰ ਬੜਾਵਾ ਦੇ ਕੇ ਤੁਹਾਡਾ ਕੰਮ ਵੀ ਤਮਾਮ ਕਰਾਉਂਦੇ ਹੈਗੇ, ਇਹ ਹੋ ਰਿਹਾ ਹੈਗਾ। ਅੱਛਾ, ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੂੰਗਾ ਕਿ ਸ਼ਮਸ਼ੇਰ ਸਿੰਘ ਰਾਏ ਜੀ ਬਤੌਰ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਉਹਨਾਂ ਦਾ ਸਫ਼ਰ ਰਿਹਾ, ਬਚਪਨ 'ਚ ਉੱਥੇ ਗਏ, ਬਚਪਨ 'ਚ ਜਾ ਕੇ ਫਿਰ ਉੱਥੇ ਪੜ੍ਹੇ, ਫਿਰ ਉਦੋਂ ਬਾਅਦ ਰੇਲਵੇ ਦੀ ਨੌਕਰੀ ਜਿਹੜੀ ਉਹਨਾਂ ਨੇ ਕੀਤੀ। ਪਰ ਰੇਲਵੇ ਦੀ ਨੌਕਰੀ ਦੇ ਨਾਲ ਮੈਂ ਦੱਸਣਾ ਚਾਹੂੰਗਾ ਕਿ ਹੁਣ ਤਾਂ ਉਹ ਰਿਟਾਇਰ ਹੋ ਚੁੱਕੇ ਨੇ ਅਤੇ ਉਹ ਰੇਡੀਓ ਅਨਾਊਂਸਰ ਰਹੇ ਨੇ, ਪੰਜਾਬ ਰੇਡੀਓ ਲੰਡਨ ਤੋਂ। ਅਤੇ ਇਸ ਦੇ ਨਾਲ ਕੁਝ ਕਿਤਾਬਾਂ ਜਿਹੜੀਆਂ ਨੇ ਸਾਡੇ ਕੋਲ ਪਈਆਂ ਨੇ, ਮੈਂ ਜ਼ਰੂਰ ਦਰਸ਼ਕਾਂ ਨੂੰ ਦਿਖਾਉਣੀਆਂ ਚਾਹੂੰਗਾ। ਇੱਕ ਕਿਤਾਬ ਮੇਰੇ ਕੋਲ ਸਰਗੀ ਆਥਣ, ਇਹ ਕਿਤਾਬ ਜਿਹੜੀ ਆ ਤੁਹਾਨੂੰ ਨਜ਼ਰ ਆ ਰਹੀ ਆ, ਸਰਗੀ ਆਥਣ ਕਿਤਾਬ। ਇਸ ਤੋਂ ਇਲਾਵਾ ਅਗਲੀ ਕਿਤਾਬ ਜਿਹੜੀ ਹੈਗੀ ਆ ਬੇਦਰਦ ਮਸੀਹਾ, ਇਹ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ, ਇਹ ਕਿਤਾਬ ਇਹਨਾਂ ਨੇ ਲਿਖੀ ਆ। ਉਸ ਤੋਂ ਬਾਅਦ ਅਵੇਸਲੇ ਪੰਜਾਬੀ,
ਅਵੇਸਲੇ ਪੰਜਾਬੀ ਤੋਂ ਜ਼ਾਹਿਰ ਆ ਇਹਦੇ ਜਿਹੜਾ ਟਾਈਟਲ ਆ ਉਹ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇਹਦੇ ਵਿੱਚ ਕੀ ਗੱਲਾਂ ਕੀਤੀਆਂ ਹੋਣੀਆਂ। ਤੇ ਇਸ ਤੋਂ ਇਲਾਵਾ ਰਾਏ ਸਾਹਿਬ ਦੀ ਇੱਕ ਜਿਹੜੀ ਕਿਤਾਬ ਹੈਗੀ ਆ ਵਤਨਾਂ ਵਾਲੇ ਬੇਵਤਨ। ਰਾਏ ਸਾਹਿਬ ਮੈਂ ਚਾਹੂੰਗਾ ਤੁਸੀਂ ਆਪਣੀ ਕੋਈ ਵਧੀਆ ਪਸੰਦੀਦਾ ਜਿਹੜੀ ਕੋਈ ਨਜ਼ਮ ਕਵਿਤਾ ਜਿਹੜੀ ਤੁਸੀਂ ਲਿਖੀ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਮੇਰਾ ਖਿਆਲ ਕਿ ਮੈਨੂੰ ਨਾ ਹਮੇਸ਼ਾ ਹੀ ਇਹ ਕੈਮਰੇ ਮੋਹਰੇ ਬੈਠਣਾ, ਕਿਉਂ ਜਦੋਂ ਰੇਡੀਓ ਤੇ ਅਨਾਉਂਸ ਨਾ ਤੁਹਾਨੂੰ ਕੋਈ ਦੇਖਦਾ ਨਹੀਂ। ਹਾਂ ਨਹੀਂ ਦੇਖਦਾ ਦੇਖਦਾ ਬਿਲਕੁਲ ਬਿਲਕੁਲ ਉਹ ਝਾਕਾ ਹੁੰਦਾ ਨਾ ਕੈਮਰੇ ਸਾਹਮਣੇ। ਕੈਮਰੇ ਮੋਹਰੇ ਤੁਹਾਨੂੰ ਥੋੜੀ ਝਾਕਾ ਵੀ ਹੁੰਦਾ ਹੈਗਾ, ਤੁਸੀਂ ਥੋੜਾ ਜਿਹਾ ਮਹਿਸੂਸ ਕਰਦੇ ਆ ਕਿ ਮੈਂ ਕੁਝ ਗਲਤ ਨਾ ਕਰ ਜਾਵਾਂ। ਪਰ ਮੈਨੂੰ ਨਾ ਤਾਂ ਮੈਨੂੰ ਬੋਲਣਾ ਆਉਂਦਾ, ਨਾ ਹੀ ਮੈਨੂੰ ਲਿਖਣਾ ਆਉਂਦਾ ਹੈਗਾ। ਠੀਕ ਹੈ, ਚਲੋ ਇਹ ਤਾਂ ਤੁਹਾਡੀ ਦਿਆਨਤਦਾਰੀ ਹੈ। ਨਹੀਂ ਇਹ ਤਾਂ ਮੈਂ ਕਹਿਣਾ ਕਿ ਮੈਂ ਕਦੇ ਵੀ ਨਾ ਸਟੇਜਾਂ ਉੱਤੇ ਨਹੀਂ ਗਿਆ ਜੀ ਜੀ, ਪਰ ਲਿਖਿਆ ਹੀ ਹੈ ਜੀ ਜੀ। ਲਿਖਣ ਵਿੱਚ ਇਹ ਨਹੀਂ ਕੋਈ ਉਹਦੀ ਕੋਈ ਛੰਦਬੰਦੀ ਹੈ, ਕੋਈ ਉਹਦੀ ਦੂਈ ਹੈਗੀ ਹੈ। ਬਿਲਕੁਲ ਉਹ ਇੱਦਾਂ ਦਾ ਮੈਨੂੰ ਇਲਮ ਨਹੀਂ। ਸਾਡੇ ਦਰਸ਼ਕ ਸਾਨੂੰ ਦੇਖ ਰਹੇ ਆ, ਉਹ ਪ੍ਰਮਾਣ ਕਰਨਗੇ ਰਾਏ ਸਾਹਿਬ ਦੀ ਕਵਿਤਾ ਜ਼ਰੂਰ। ਮੈਨੂੰ ਨਾ ਇੱਕ ਆਪਣੀ ਜਿਹੜੀ ਕਵਿਤਾ ਤਾਂ ਮੇਰੀਆਂ ਜਿਹੜੀਆਂ ਮੈਨੂੰ ਆਪਣੇ ਆਪ ਨੂੰ ਚੰਗੀ ਲੱਗਦੀ ਆ, ਜਿਹੜਾ ਮੈਂ ਪਰਤ ਜਾਵਾਂਗਾ, ਇਹ ਮੇਰਾ ਸੁਪਨਾ ਹੈ। ਜਿੱਦਾਂ ਹੁਣ ਬਾਹਰ ਰਹਿ ਕੇ ਵੀ ਮੈਂ ਵਿਦੇਸ਼ਾਂ ਵਿੱਚ ਰਹਿ ਕੇ ਵੀ, ਗੋਰਿਆਂ ਵਿੱਚ ਰਹਿ ਕੇ ਵੀ ਮੈਂ ਉਸ ਧਰਤੀ ਦਾ ਨਹੀਂ ਹੋ ਸਕਿਆ। ਮੈਂ ਪੰਜਾਬੀ ਰਿਹਾ, ਅੰਦਰ ਕਿਤੇ ਹੇਰਵਾ ਹੈਗਾ ਜੀ। ਵੱਡੀ ਗੱਲ, ਮੈਂ ਪ੍ਰਵਾਸੀ ਹੋ ਕੇ ਵੀ ਪ੍ਰਵਾਸੀ ਨਹੀਂ, ਮੈਂ ਪਰਦੇਸੀ ਪਿੰਡ। ਹੁਣ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਮੈਂ ਪਰਦੇਸੀ ਪਿੰਡ ਆਪਣੇ, ਹਾਂ ਪਰਦੇਸੀ ਆਇਆ, ਆਪਣੇ ਘਰ ਦੀ ਦਸ਼ਾ ਵੇਖ ਕੇ ਦਿਲ ਮੇਰਾ ਭਰ ਆਇਆ ਕਿ ਮੈਂ ਉੱਥੇ ਵੀ ਪਰਦੇਸੀ ਹਾਂ ਤੇ ਜਦ ਮੈਂ ਪਿੰਡ ਆਉਣਾ ਮੈਂ ਇੱਥੇ ਵੀ ਪਰਦੇਸੀ ਹਾਂ। ਹੁਣ ਸਾਨੂੰ ਜਿਹੜੇ ਅਸੀਂ ਬਾਹਰ ਦੇ ਲੋਕ ਰਹਿਣ ਵਾਲੇ ਹੈਗੇ, ਇਹ NRI ਹੈ, ਸਾਨੂੰ ਸਾਡੀ ਬੇਗਾਨਗੀ ਦਾ ਅਹਿਸਾਸ ਦੂਸਰਿਆਂ ਨੇ ਤੇ ਕਰਾਉਣਾ ਹੀ ਕਰਾਉਣਾ, ਪਰ ਸਾਡੇ ਆਪਣੇ ਵੀ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਕਿ ਤੁਸੀਂ ਹੁਣ ਇੱਥੇ ਦੇ ਨਹੀਂ ਹੈਗੇ, ਤੁਸੀਂ ਬਾਹਰ ਦੇ ਹੈ। ਹਾਲਾਂਕਿ ਸਾਡੀ ਜੰਮਣ ਭੋ ਹੈ, ਇਹ ਵੀ ਇੱਕ ਪੀੜ ਹੈ, ਇਹ ਸਾਡੇ ਦੁੱਖ ਹੈ। ਆ ਜਿਹੜੀ ਮੇਰੀ ਕਵਿਤਾ ਮੈਂ ਪਰਤ ਜਾਵਾਂਗਾ ਨਾ, ਮੈਂ ਪਰਤ ਜਾਵਾਂਗਾ ਆਪਣੇ ਮੁਲਕ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਮੈਂ ਪਰਤ ਜਾਵਾਂਗਾ। ਪਿੰਡ ਜਾ ਘਰ ਦਾ ਬੂਹਾ ਠੋਰਾਂਗਾ, ਵੇ ਕੌਣ ਹੈ, ਜਿੱਦਾਂ ਆਪਣੇ ਨਾ ਤੁਸੀਂ ਬੂਹਾ ਖੜਕਾਣੇ ਅੰਦਰੋਂ, ਵੇ ਕੌਣ ਹੈ, ਮਾਵਾਂ ਜਾਂ ਅੰਦਰੋਂ ਇਹੀ ਆਵਾਜ਼ ਆਉਂਦੀ ਨਾ, ਉਡੀਕ ਕਰਦੀਆਂ ਹੈਗੀਆਂ, ਵੇ ਕੌਣ ਹੈ, ਅੰਦਰੋਂ ਆਵਾਜ਼ ਆਵੇਗੀ, ਮੈਂ ਚੁੱਪਚਾਪ ਖੜਾ ਬੂਹਾ ਖੁੱਲ੍ਹਣ ਦੀ ਉਡੀਕ ਕਰਾਂਗਾ, ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਉਣੀ, ਕਿਸੇ ਅੰਦਰੋਂ ਕੁੰਡਾ ਨਹੀਂ ਖੋਲ੍ਹਣਾ, ਮੈਂ ਆਪ ਹੀ ਚੀਤਾ ਨਹੀਂ ਹੁੰਦੀਆਂ ਹੈਗੀਆਂ, ਹੁਣ ਤਾਂ ਗਲੀਆਂ ਹੁੰਦੀਆਂ, ਬਿਰਲਾ ਜਿਹੜੀਆਂ ਹੈਗੀਆਂ ਚੀਤਾ, ਉਹਨਾਂ ਦਾ ਹੱਥ ਪਾ ਕੇ ਮੈਂ ਆਪ ਹੀ ਚੀਤ ਥਾਣੀ, ਹੱਥ ਪਾ ਕੁੰਡਾ ਖੋਲ, ਆਪਣੇ ਘਰ ਦਾ ਬੂਹਾ, ਆਪਣੇ ਘਰ ਦਾ ਦਰ ਲੰਘ, ਢਹਿ ਚੁੱਕੀਆਂ ਕੰਧਾਂ ਦੇ ਕਿਸੇ ਥੜੇ ਉੱਤੇ ਬੈਠ, ਚੁਫੇਰੇ ਨਜ਼ਰ ਮਾਰਾਂਗਾ, ਫਿਰ ਗੁਆਚ ਜਾਵਾਂਗਾ ਅਤੀਤ ਦੀਆਂ ਹਨੇਰ ਕੋਠੜੀਆਂ ਵਿੱਚ, ਅਤੇ ਭਾਲਾਂਗਾ ਆਪਣੇ ਪੁਰਖਿਆਂ ਦੇ ਧੁੰਦਲੇ ਅਕਸ ਜੋ ਯਾਦਾਂ ਦੇ ਸੰਦੂਕ ਵਿੱਚ ਬੰਦ ਹਨ। ਚੇਤਿਆਂ ਦੇ ਪਰਾਂ ਤੇ ਬੋਲ ਖੋਲ੍ਹਦਿਆਂ, ਚੇਤਿਆਂ ਦੇ ਪਰਾਂ ਨੂੰ ਖੋਲ੍ਹ ਦਿਆਂਗਾ, ਕਰਾਂਗਾ ਭਰੀਆਂ ਅੱਖਾਂ ਨਾਲ ਆਪਣੇ ਪੁਰਖਿਆਂ ਨੂੰ ਸ਼ਰਧਾ ਦੇ ਫੁੱਲ ਅਰਪਿਤ, ਨਾਲ ਹੀ ਕਹਾਂਗਾ ਮੈਂ ਪਰਤ ਆਇਆ ਹਾਂ, ਮੈਂ ਪਰਤ ਆਇਆ ਹਾਂ, ਬਹੁਤ ਕੁਛ ਗੁਆ ਆਪਣਾ, ਮੈਂ ਪਰਤ ਆਇਆ ਹਾਂ, ਮੈਂ ਪਰਤ ਆਇਆ ਹਾਂ, ਪੀਰਾਂ ਦੇ ਨਾਲ ਮੈਂ ਪਰਤ ਆਇਆ ਹਾਂ। ਮਤਲਬ ਇਹ ਸਾਡਾ ਇੱਕ ਦੁਖਾਂਤ ਹੈ, ਹੁਣ ਇੱਥੇ ਕੋਈ ਹੈ ਨਹੀਂ ਜੀ, ਮੈਂ ਉਹ ਆਪਣਾ ਫਿਰ ਵੀ ਆਪਣਾ, ਚਾਹੇ ਚੰਗਾ ਹੈ ਚਾਹੇ ਮਾੜਾ। ਪੰਜਾਬ ਨੂੰ ਬਹੁਤ ਲੋਕ ਕਹਿੰਦੇ ਜੀ ਉੱਥੇ ਹੁਣ ਉਹ ਉੱਥੇ ਕੁਛ ਹੈ ਨਹੀਂ, ਇਹ ਵੀ ਮੰਨਣਾ ਪਊਗਾ, ਉਹ ਜਿਹੜੀ ਮੋਹ ਮੁਹੱਬਤ ਸੀ ਨਾ ਉਹ ਹੁਣ ਹੈ ਨਹੀਂ। ਗਰਜਾਂ ਦੇ ਰਿਸ਼ਤੇ, ਗਰਜਾਂ ਦਾ ਪਿਆਰ ਰਹਿ ਗਿਆ। ਹਾਂਜੀ, ਭਰਾ ਨੂੰ ਦੇਖ ਕੇ ਸਿਖਾਉਂਦਾ ਨਹੀਂ ਹੈਗਾ। ਸਾਡੇ ਜਿਹੜੀ ਕਮਦੀ ਸਾਡੀ ਸਭ ਤੋਂ ਬਾਹਰ ਪ੍ਰਦੇਸੀਆਂ ਦੀ ਇੱਕ ਤਰਾਸਦੀ ਜਾਂ ਕਹਿ ਲਈਏ, ਜਾਂ ਸਾਡੇ ਨਾਲ ਹੋ ਰਿਹਾ ਧੱਕਾ, ਜਦੋਂ ਕੋਈ ਭਰਾ ਆ ਕੇ, ਪਹਿਲਾਂ ਨਹੀਂ ਪੁੱਛਦੇ ਸੀਗੇ, ਹੁਣ ਜਦੋਂ ਕੋਈ ਭਰਾ ਆ ਕੇ ਪੁੱਛਦਾ ਨਾ, ਯਾਰ ਤੁਸੀਂ ਜ਼ਮੀਨ ਬਾਹਰ ਰਹੇ ਹੈ, ਕੋਈ ਸਾਨੂੰ ਵੀ ਮਾੜਾ ਮੋਟਾ ਦੱਸ ਦਿਆ ਕਰੋ ਵੀ ਸਾਨੂੰ ਵੀ ਕੋਈ ਧੇਲਾ ਪੱਤਾ ਦੇ ਦੇ। ਹਾਲਾਂਕਿ ਲੋੜ ਨਹੀਂ ਸਾਨੂੰ ਹੈਗੀ, ਇਹ ਸਿਰਫ ਉਹਨਾਂ ਦੀ ਉਹਨੂੰ ਪਰਖ ਨਹੀਂ ਕਿ ਸਾਨੂੰ ਕਿੰਨਾ ਕਿੱਥੇ ਚਾਹੁੰਦੇ ਹੈ। ਬਹੁਤਿਆਂ ਭਰਾਵਾਂ ਦੇ ਨਾਲ ਭਰਾਵਾਂ ਨੇ ਭਰਾ ਮਾਰ ਦਿੱਤੇ, ਤੁਹਾਨੂੰ ਪਤਾ ਹੋਊਗਾ, ਜ਼ਮੀਨ ਜਾਇਦਾਦ ਪਿੱਛੇ। ਹਾਂ, ਜ਼ਮੀਨ ਜਾਇਦਾਦ ਜ਼ਿਆਦਾ ਕਮਾਉਣ ਲੱਗ ਗਿਆ ਬਾਹਰ ਜਾ ਕੇ। ਇਹ ਨਹੀਂ ਕਿ ਜਦੋਂ ਹੁਣ ਕਹਿੰਦਾ ਚੱਲ ਤੂੰ ਮੈਨੂੰ ਆਪਣਾ ਹਿੱਸਾ ਨਹੀਂ ਦੇਣਾ, ਕੁਝ ਦੇਣਾ ਨਹੀਂ ਹੈਗਾ, ਤਾਂ ਮੇਰਾ ਜ਼ਮੀਨ ਵੰਡ ਲਓ।
ਹੁਣ ਉਹ ਜ਼ਮੀਨ ਵੰਡ ਉਹਨਾਂ ਨੂੰ ਫਿਰ ਤਕਲੀਫ ਹੁੰਦੀ ਹੈ ਕਿ ਜ਼ਮੀਨ ਕਿਉਂ, ਤੁਸੀਂ ਕੌਣ ਹੁੰਦੇ ਹੈਗੇ ਆ। ਔਰ ਕਹੇ ਘਰਾਂ ਦੇ ਵਿੱਚ ਭਰਾਵਾਂ ਨੇ ਭਰਾਵਾਂ ਨੂੰ ਕੱਢ ਦਿੱਤਾ, ਬਾਹਰ ਕੱਢ ਦਿੱਤਾ। ਔਰ ਬਹੁਤੇ ਪ੍ਰਵਾਸੀਆਂ ਨਾਲ ਇਦਾਂ ਹੋਇਆ, ਉਹ ਇਸ ਦੁੱਖ ਦੇ ਵਿੱਚੋਂ ਲੰਘਣਾ ਪਿਆ ਉਹਨਾਂ ਨੂੰ, ਲੰਘੇ। ਔਰ ਹੁਣ ਉਹ ਆਪਣੀਆਂ ਜ਼ਮੀਨਾਂ ਵੇਚਣ ਲੱਗ ਪਏ। ਇਹਦਾ ਕਾਰਨ ਹੈ ਹੁਣ ਜੇ ਸਾਡੇ ਇੱਥੇ ਦੇ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਨਾ, ਉਹਨਾਂ ਨੂੰ ਆਇਆਂ ਨੂੰ ਮੈਂ ਇੱਕ ਸਾਰੇ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਉਹਨਾਂ ਨੂੰ ਇੱਕ ਉਹਨਾਂ ਅੱਗੇ ਬੇਨਤੀ ਕਰਾਂਗਾ, ਜੇ ਤੁਹਾਡਾ ਕੋਈ ਭੈਣ ਭਰਾ ਬਾਹਰੋਂ ਆਉਂਦਾ, ਉਹਦੇ ਕੋਲ ਸਾਰਾ ਕੁਝ ਹੈਗਾ, ਤੁਸੀਂ ਉਹਨੂੰ ਆਏ ਨੂੰ ਜੋ ਉਹਦਾ ਬਣਦਾ ਉਹਦੇ ਵਿੱਚੋਂ 30 ਹਿੱਸਾ ਦੇ ਦਿਓ। ਹੁਣ ਤੁਹਾਨੂੰ ਕਦੇ ਨਹੀਂ ਪੁੱਛਣਾ ਕਿ ਜ਼ਮੀਨ ਬਾਰੇ ਮੈਂ ਆਹ ਲੈਣਾ, ਮੈਂ ਆਹ ਲੈਣਾ, ਨਹੀਂ। ਤੁਸੀਂ ਕੀ ਕਰਦੇ ਨਾ, ਤੁਸੀਂ ਉਹਨਾਂ ਨੂੰ ਦਰਕਾਰਦੇ ਹੈ ਵੀ ਤੁਹਾਡੇ ਤੇ ਕੁਝ ਵੀ ਨਹੀਂ ਹੈਗਾ। ਜੀ ਜੀ। ਹਾਲਾਂਕਿ ਜ਼ਮੀਨ ਦੇ ਹੱਕਦਾਰ ਉਹ ਵੀ ਹੈਗੇ, ਹੱਕਦਾਰ ਹੈਗੇ। ਬਿਲਕੁਲ ਬਿਲਕੁਲ। ਉਹ ਤਾਂ ਜਿਹੜਾ ਬਾਹਰ ਜਾ ਕੇ, ਮੈਂ ਤਾਂ ਉਹ ਤਾਂ ਆਪਦੀ ਮਿਹਨਤ ਆ ਨਾ, ਉਹਦੀ ਮਿਹਨਤ ਹੈ ਜੀ। ਬਿਲਕੁਲ। ਇਸ ਕਰਕੇ ਇਹਨਾਂ ਸਾਡੇ ਇੱਥੇ ਭੈਣ ਭਰਾਵਾਂ ਨੂੰ ਬਾਹਰ ਦੇ ਨਾਲ ਖਾਣਾ ਵੀ ਨਹੀਂ ਆਇਆ। ਉਹਨਾਂ ਨੂੰ ਜੇ ਉਹਨਾਂ ਨੂੰ ਮੰਨ ਲਓ ਕਿ ਲੱਖ ਰੁਪਈਆ ਉਹਨਾਂ ਦੇ ਆਏ ਤੇ ਧੜੀ ਤੇ ਧਰ ਦੇਣ, ਲੈ ਭਰਾਵਾ ਤੂੰ ਖੁਸ਼ ਰਹਿ ਤੇ ਚੱਕ ਖਰਚਾ ਕਰ ਤੂੰ, ਉਹਨਾਂ ਨੂੰ ਤੁਹਾਨੂੰ ਪੁੱਛਣਾ ਹੀ ਨਹੀਂ ਹੈਗਾ। ਪੁੱਛਣਾ ਹੀ ਬਿਲਕੁਲ। ਉਹ ਤਾਂ ਫਿਰ ਆਪਦੇ ਦਿਲੋਂ ਖੁੱਲੇ ਹੋਣਗੇ, ਨਾ ਖੁੱਲ ਕੇ ਵਰਤਣਗੇ ਵੀ ਹਾਂ ਮੇਰਾ ਆਪਣੇ ਨੇ ਮੈਨੂੰ ਉਹ ਕੀਤਾ, ਮੇਰਾ ਉਹਨਾਂ ਸਤਿਕਾਰ ਕੀਤਾ। ਇਸ ਕਰਕੇ ਸਾਡੇ ਲੋਕਾਂ ਦੇ ਵਿੱਚ ਇਹ ਬਹੁਤ ਹੀ ਬੜੀ ਇੱਕ ਗਲਤ ਫਹਿਮੀਆਂ ਪੈਦਾ ਹੋ ਗਈ ਕਿ ਇਹਨਾਂ ਨੇ ਸਾਤੋਂ ਕੋਈ ਖੋਹ ਲੈਣਾ। ਅੱਛਾ, ਹੁਣ ਖੋਹ ਦੀਆਂ ਸਥਿਤੀਆਂ ਪੈਦਾ ਹੋ ਗਈਆਂ ਕਿ ਜੇ ਮੇਰਾ, ਮੈਂ ਕਮਲਜੀਤ ਤੇਰਾ ਹੈ ਤੇ ਮੇਰਾ ਹੈ, ਤੁਸੀਂ ਮੇਰਾ ਭਰਾ ਹੈ, ਮੇਰਾ ਹੱਕ ਹੈ ਕਿ ਤੁਹਾਡੀ ਜ਼ਮੀਨ 10 ਖੇਤ ਹੈ, 5 ਦਾ ਮਾਲਕ ਮੈਂ, 5 ਤੂੰ ਹੈ, ਮੇਰੇ 5 ਖੇਤ ਮੈਨੂੰ ਦੇ ਦੇ। ਜੀ ਬਿਲਕੁਲ। ਜੇ ਮੈਂ ਕਹਿੰਦਾ ਕਮਲਜੀਤ ਤੈਨੂੰ ਕਾਹਤੇ ਦੇ ਦੇਵਾਂ, ਤੂੰ ਤਾਂ ਬਾਹਰ ਰਹਿਣਾ ਹੈਗਾ, ਚੱਲ ਮੇਰਾ ਹੱਕ ਹੈ, ਮੇਰੇ ਪੁਰਖਾਂ ਦੀ ਜ਼ਮੀਨ ਤੇ ਮੇਰਾ ਵੀ ਹੱਕ ਹੈਗਾ। ਹੁਣ ਤੂੰ ਨਹੀਂ ਦੇਣਾ, ਫਿਰ ਮੁਕੱਦਮਾ ਹੋਊਗਾ। ਮੁਕੱਦਮੇ ਵਿੱਚ ਕਈ ਲੋਕ ਉਹਨਾਂ ਦਾ ਤੇ ਜੋ ਆਪਾਂ ਪਹਿਲਾਂ ਕਹਿ ਕੇ ਕੰਮ ਵੀ ਤਮਾਮ ਕੀਤਾ ਗਿਆ। ਹਾਂ, ਕੀਤਾ ਗਿਆ। ਹੁਣ ਜਿਵੇਂ ਥੋੜ੍ਹੇ ਦਿਨ ਪਹਿਲਾਂ ਹੀ ਆ ਜਿਹੜੀ ਮੌਜੂਦਾ ਸਰਕਾਰ ਆ, ਭਗਵੰਤ ਮਾਨ ਸਰਕਾਰ, ਇਹਨਾਂ ਵੱਲੋਂ ਪ੍ਰਵਾਸੀ ਭਾਰਤੀ ਜਿਹੜੇ ਉੱਧਰੋਂ ਆਏ, ਖਾਸ ਤੌਰ ਜਿਹੜੇ ਪੰਜਾਬੀ ਸੀਗੇ, ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਕਈ ਲੋਕ ਰੋਂਦੇ ਵੇਖੇ। ਕਈਆਂ ਨੇ ਦੱਸਿਆ ਵੀ ਸਾਡੇ ਨਾਲ ਦੇਖੋ, ਸਾਡੀ ਜ਼ਮੀਨਾਂ ਤੇ ਕਬਜ਼ਾ ਕਰਤੇ, ਜ਼ਮੀਨ ਜਾਇਦਾਦ ਤੇ ਕਬਜ਼ਾ ਕਰਤਾ, ਪੁਲਿਸ ਕੋਲੇ ਜਾਂਦੇ ਆ, ਪੁਲਿਸ ਸਾਡੀ ਗੱਲ ਨਹੀਂ ਸੁਣਦੀ। ਇੱਥੋਂ ਤੱਕ ਰੋਏ। ਬਿਲਕੁਲ ਹੈ, ਇਹ ਧੱਕਾ ਹੋਇਆ। ਇਹ ਧੱਕੇ ਦੇ ਨਾਲ ਫਿਰ ਚਲੋ ਉਹਨਾਂ ਨੇ ਇੱਕ NRA ਸਭਾ ਵੀ ਬਣਾਈ ਹੈਗੀ ਹੈ, ਉਹ ਵੀ ਸਰਕਾਰਾਂ ਦੇ ਨਾਲ ਹੀ ਚੱਲਦੀ ਹੈ, ਸਰਕਾਰਾਂ ਨਾਲ ਚੱਲਦੀ ਹੈਗੀ। ਔਰ ਬਹੁਤੇ ਲੋਕਾਂ ਨੇ ਥੋੜ੍ਹੀਆਂ ਜ਼ਮੀਨਾਂ ਦੱਬ ਲਈਆਂ ਹੈਗੀਆਂ। ਹੁਣ ਜਿਹੜਾ ਬਾਹਰੋਂ ਆਉਂਦਾ ਉਹਦੇ ਕੋਈ ਇੰਨਾ ਟਾਈਮ ਨਹੀਂ ਹੁੰਦਾ। ਇਹਨਾਂ ਨੂੰ ਪਤਾ ਬੜੀਆ 2 ਹਫ਼ਤੇ ਰਹਿ ਲਓਗੇ, 4 ਹਫ਼ਤੇ ਰਹਿ ਲਓਗੇ, ਰਿਸ਼ਤੇ ਇੱਥੋਂ ਵੀ ਤੜਕ ਗਏ, ਇਹਦੇ ਇੱਥੋਂ ਟੁੱਟ ਗਏ। ਹੁਣ ਹੈ ਨਹੀਂ ਉਹ ਚੀਜ਼। ਇਹ ਤਾਂ ਹੀ ਕਹਿੰਦੇ, ਪਰ ਮੈਂ ਕਹਿੰਦਾ ਕੋਈ ਗੱਲ ਨਹੀਂ, ਪਰ ਹੈ ਉਹ ਆਪਣਾ, ਸਾਡਾ ਦੇਸ਼ ਹੈ, ਅਸੀਂ ਉਸ ਮਿੱਟੀ ਦੇ ਵਿੱਚ ਪੈਦਾ ਹੋਏ। ਚੰਗਾ ਹੈ ਚਾਹੇ ਮਾੜਾ, ਆਪਣਾ ਫਿਰ ਵੀ ਆਪਣਾ ਹੀ ਹੈ, ਜਿੱਦਾਂ ਵੀ ਮਰਜ਼ੀ ਕੋਈ ਕਹੇ। ਪੰਜਾਬ ਸਾਡਾ ਹੀ ਰਹਿਣਾ, ਸਾਡਾ ਹੀ ਰਹਿਣਾ। ਇਸ ਧਰਤੀ 'ਤੇ ਜੰਮੇ ਜਾਏ ਹਾਂ ਕਿਤੇ ਵੀ। ਹੁਣ ਜਿਹੜੇ ਸਭ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਤੋਂ ਪਹਿਲਾਂ ਵੀ ਮੁਲਕਾਂ ਵਿੱਚ ਗਏ ਹੋ ਸੀ, ਜਿਹੜੇ 1800 ਦੇ ਵਿੱਚ 1849 'ਚ ਆਪਾਂ ਦੇਸ਼ ਪੰਜਾਬ ਗੁਲਾਮ ਹੋਇਆ ਅੰਗਰੇਜ਼ਾਂ ਦਾ। ਉਸ ਵੇਲੇ ਉਹਨਾਂ ਨੂੰ ਉੱਥੋਂ ਅਫਰੀਕਾ 'ਚ ਲੈ ਗਏ। ਉਹਨਾਂ ਦੇ 5-5 6-6 ਪੀੜ੍ਹੀਆਂ ਬਾਹਰ ਹੋ ਗਈਆਂ। ਉਹ ਵੀ ਮਿੱਟੀ ਨੂੰ ਤਰਸਦੇ ਹੈਗੇ। ਵਤਨ ਤਾਂ ਵਤਨ ਨਹੀਂ ਹੈਗਾ। ਹਾਂਜੀ, ਇਸ ਕਰਕੇ ਸਾਨੂੰ ਆਪਣੇ ਮਿੱਟੀ ਦੇ ਮੋਹ ਨਾਲੋਂ ਕਦੇ ਟੁੱਟਣਾ ਨਹੀਂ ਚਾਹੀਦਾ ਹੈਗਾ। ਆਪਣੇ ਜੜ੍ਹਾਂ ਲਾਉਣ ਲਈ ਕੋਸ਼ਿਸ਼ ਕਰੋ, ਜੇ ਲੱਗਦੀਆਂ ਤਾਂ ਲੱਗਣਗੀਆਂ ਵੀ ਇੱਕ ਦਿਨ, ਇਹ ਨਹੀਂ ਗੱਲ ਹੈਗੀ। ਬਿਲਕੁਲ। ਤੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਜਿਹੜੇ ਪੰਜਾਬੀ ਆ ਉਹ ਦੇਖ ਰਹੇ ਆ, ਤੁਹਾਡੇ ਮਨ 'ਚ ਕੋਈ ਗੱਲ ਰਹਿੰਦੀ ਹੋਵੇ ਜੋ ਤੁਸੀਂ ਪੰਜਾਬੀਆਂ ਨੂੰ ਸੁਨੇਹੇ ਦੇ ਰੂਪ ਵਿੱਚ ਕਹਿਣੀ ਚਾਹੁੰਦੇ ਹੋ? ਮੈਂ ਕਮਲਜੀਤ ਪੰਜਾਬੀਆਂ ਨੂੰ ਇੱਕੋ ਹੀ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਦੇ ਵਿੱਚ ਗੱਲ ਕਰੋ, ਕਿਉਂਕਿ ਸਾਡੇ ਪੰਜਾਬੀਆਂ ਨੇ ਨਾ ਆਪਣੇ ਕੌਨਵੈਂਟ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਦਿੱਤਾ। ਪਿੰਡ ਦੀ ਜਿਹੜੀ ਸਾਡੇ ਸਕੂਲ ਹੈ ਉਹ ਖਾਲੀ ਪਏ, ਉੱਥੇ ਵਈਆਂ ਦੇ ਬੱਚੇ ਪੜ੍ਹਦੇ ਹੈਗੇ। ਆਪਣੇ ਬੱਚਿਆਂ ਦੀ ਜਿਹੜੀ ਮੁੱਢਲੀ ਵਿੱਦਿਆ ਹੈਗੀ ਨਾ, ਉਹ ਪਿੰਡ ਦੇ ਸਕੂਲ ਤੋਂ ਸ਼ੁਰੂ ਕਰੋ ਤਾਂ ਕਿ ਉਹ ਪੰਜਾਬੀ ਸਿੱਖ ਜਾਣ। ਉਹਦੇ ਬਾਅਦ ਫਿਰ ਉਹਨਾਂ ਦੀ ਜੜ ਲੱਗ ਜਾਵੇਗੀ। ਜੇ ਅਸੀਂ ਇਹ ਨਹੀਂ ਨਾ ਕਰਦੇ ਤਾਂ ਅਸੀਂ ਪੰਜਾਬ ਨਾਲ ਟੁੱਟ ਜਾਵਾਂਗੇ, ਪੰਜਾਬੀ ਨਾਲ ਟੁੱਟ ਜਾਵਾਂਗੇ। ਪੰਜਾਬ ਸਾਡਾ ਵੈਸੇ ਪਹਿਲਾਂ ਹੀ ਸਰਕਾਰਾਂ ਨੇ ਬਹੁਤ ਬਰਬਾਦ ਕਰ ਦਿੱਤਾ। ਇਸ ਪੱਖੋਂ ਵੀ ਪੰਜਾਬ ਬਹੁਤ ਪਿੱਛੇ ਪੈ ਗਿਆ, ਪੜ੍ਹਾਈ ਪੱਖੋਂ ਵੀ ਪਿੱਛੇ ਪੈ ਗਿਆ ਹੈਗਾ, ਆਰਥਿਕ ਪੱਖੋਂ ਵੀ ਬਹੁਤ ਪਿੱਛੇ ਪੈ ਗਿਆ। ਜਿਹੜਾ ਕਦੇ ਸੂਬਾ ਪਹਿਲੇ ਨੰਬਰ 'ਤੇ ਸੀ ਨਾ, ਅੱਜ 15ਵੇਂ ਨੰਬਰ 'ਤੇ ਹੈ। ਪੰਜਾਬੀਓ, ਤੁਸੀਂ ਹੀ ਇਹਨੂੰ ਮੁੜ ਕੇ ਪਹਿਲੇ ਨੰਬਰ 'ਤੇ ਲੈ ਕੇ ਆਉਣਾ। ਆਪਣੇ ਵਿਰਸੇ ਨੂੰ ਪਛਾਣੋ, ਆਪਣੇ ਵਿਰਸੇ ਨਾਲ ਜੁੜੋ, ਆਪਣੀ ਬੋਲੀ ਨਾਲ ਜੁੜੋ। ਇਹੀ ਸਾਰੇ ਪੰਜਾਬੀਆਂ ਅੱਗੇ ਮੇਰੀ ਬੇਨਤੀ ਹੈ, ਬਸ ਹੋਰ ਕੁਝ ਨਹੀਂ ਹੈਗਾ ਜੀ। ਧੰਨਵਾਦ ਤੁਹਾਡਾ। ਸੋ ਬਹੁਤ ਸ਼ੁਕਰੀਆ ਰਾਏ ਸਾਹਿਬ, ਤੁਸੀਂ ਸਾਨੂੰ ਮੌਕਾ ਦਿੱਤਾ, ਗੱਲਬਾਤ ਤੁਹਾਡੇ ਨਾਲ ਹੋਈ ਆ। ਔਰ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਸ਼ਮਸ਼ੇਰ ਸਿੰਘ ਰਾਏ ਜੀ ਦੀਆਂ ਗੱਲਾਂ ਚੰਗੀਆਂ ਲੱਗੀਆਂ ਹੋਣੀਆਂ।
ਤੇ ਮੈਂ ਇੱਥੋਂ ਤੱਕ ਤਵੱਕੋ ਕਰ ਸਕਦਾ ਹੈਗਾ ਕਿ ਤੁਸੀਂ ਇਹਨਾਂ ਦੀਆਂ ਕਈਆਂ ਗੱਲਾਂ ਦੇ ਉੱਤੇ ਅਮਲ ਵੀ ਕਰੋਗੇ ਔਰ ਖ਼ਾਸ ਤੌਰ ਦੇ ਉੱਤੇ ਜਿਹੜੇ ਪੰਜਾਬੀ ਦੇਸ਼ ਵਿੱਚ ਬੈਠੇ ਆ ਜਾਂ ਵਿਦੇਸ਼ਾਂ ਵਿੱਚ ਬੈਠੇ ਆ, ਇਹ ਸਾਡਾ ਪ੍ਰੋਗਰਾਮ ਦੇਖ ਰਹੇ ਆ, ਇਹਨਾਂ ਨੂੰ ਇੰਨਾ ਤਾਂ ਮਹਿਸੂਸ ਹੋ ਗਿਆ ਹੋਣਾ ਹੈ ਕਿ ਆਪਣੀਆਂ ਜਿਹੜੀਆਂ ਜੜ੍ਹਾਂ ਆ ਉਹ ਆਪਣੀ ਮਿੱਟੀ 'ਚ ਹੀ ਹੁੰਦੀਆਂ, ਆਪਣੇ ਵਤਨ 'ਚ ਹੀ ਹੁੰਦੀਆਂ, ਕਿਉਂਕਿ ਇੱਕ 4 ਦਹਾਕਿਆਂ ਤੋਂ ਵੱਧ ਸਮੇਂ ਦਾ ਸਫ਼ਰ ਵਿਦੇਸ਼ ਵਿੱਚ ਬਿਤਾਇਆ। ਅਸੀਂ ਬਹੁਤ ਵਾਰੀ ਇੱਕ ਧਾਰਨਾ ਬਣਾ ਲੈਂਦੇ ਹਾਂ ਕਿ ਨਹੀਂ ਜੀ ਹੁਣ ਤਾਂ ਉਹ ਟੁੱਟ ਗਏ ਆ, ਪਰ ਰਾਏ ਸਾਹਿਬ ਨੂੰ ਵੇਖ ਕੇ ਨਹੀਂ ਲੱਗਦਾ ਕਿ ਉਹ ਉਸ ਬੇਗਾਨੀ ਧਰਤੀ ਜਿੱਥੇ ਜਾ ਕੇ ਉਹ ਕਦੇ ਕਿਰਤ ਵਾਸਤੇ ਸਾਰਾ ਪਰਿਵਾਰ ਗਏ ਸੀਗੇ ਕਿ ਆਪਣੀਆਂ ਜੜ੍ਹਾਂ ਨਾਲ ਟੁੱਟੇ ਆ, ਪਿੰਡ ਦਾ ਮੋਹ ਉਹਨਾਂ ਨੂੰ ਅੱਜ ਵੀ ਖਿੱਚ ਲਿਆਉਂਦਾ। ਇਸੇ ਕਰਕੇ ਉਹ ਆਏ ਆ ਤੇ ਸਾਡਾ ਦਿਲ ਕੀਤਾ ਕਿ ਅਸੀਂ ਤੁਹਾਡੇ ਉਹਨਾਂ ਨੂੰ ਰੂਬਰੂ ਕਰੀਏ। ਸੋ ਕਿਸ ਤਰੀਕੇ ਲੱਗਿਆ ਸਾਡਾ ਪ੍ਰੋਗਰਾਮ, ਇਸ ਬਾਰੇ ਜ਼ਰੂਰ ਦੱਸਣਾ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।